ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬੇ ਕੇ ਬਾਬਰ ਕੇ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਖਾਸ ਕਰਕੇ ਭਾਈ ਗੁਰਪਾਲ ਸਿੰਘ ਜੀ ਹੰਸਰਾ ਨਾਲ ਆਪਾਂ ਜੋ ਵਿਸ਼ੇਸ਼ ਗੱਲਬਾਤ ਕਰ ਰਹੇ ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਕੁਝ ਅਜਿਹੇ ਪ੍ਰਚਾਰਕ ਸਨ ਜੋ ਪੰਥ ਦੇ ਵਿੱਚ ਦੁਬਿਧਾ ਪਾਉਣ ਲਈ ਰੋਜ਼ ਇਸ ਤਰ੍ਹਾਂ ਦੇ ਨਵੇਂ ਵਿਵਾਦ ਲੈ ਕਰਕੇ ਆਉਂਦੇ ਰਹੇ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ। ਅਤੇ ਆਪ ਜੀਆਂ ਨੂੰ ਪਤਾ ਹੀ ਹੈ ਕਿ ਗੁਰੂ ਘਰਾਂ ਦੇ ਵਿੱਚ ਕਈ ਵਾਰ ਉੱਥੇ ਇਸ ਤਰ੍ਹਾਂ ਦੇ ਲੜਾਈ ਝਗੜੇ ਵੀ ਹੁੰਦੇ ਰਹੇ, ਪਰ ਕਿਉਂਕਿ ਇਹਨਾਂ ਪ੍ਰਚਾਰਕਾਂ ਦਾ ਇੱਕ ਨੈਟਵਰਕ ਕਾਫੀ ਜੋ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਹੋਰ ਵੀ ਕਈ ਤਰੀਕਿਆਂ ਨਾਲ ਫੈਲਿਆ ਹੋਇਆ ਸੀ। ਅਤੇ ਅੱਜ ਦੀ ਇਸ ਗੱਲਬਾਤ ਦੇ ਵਿੱਚ ਜੋ ਮਿਸ਼ਨਰੀ ਪ੍ਰਚਾਰਕ ਸਰਬਜੀਤ ਸਿੰਘ ਧੁੰਦਾ, ਉਹਨਾਂ ਦੇ ਉੱਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਦਰਜ ਹੋਏ ਹਨ, ਉਹਨਾਂ ਦੇ ਬਾਬਤ ਆਪਾਂ ਅੱਜ ਗੱਲਬਾਤ ਕਰਾਂਗੇ। ਅਤੇ ਇਸ ਗੱਲਬਾਤ ਦੇ ਵਿੱਚ ਜੋ ਸਾਡੇ ਨਾਲ ਭਾਈ ਗੁਰਪਾਲ ਸਿੰਘ ਜੀ ਹੰਸਰਾ ਜੋ ਇੱਧਰ ਵਿਦੇਸ਼ ਵਿੱਚ ਹੀ ਰਹਿੰਦੇ ਹਨ, ਪਹਿਲਾਂ ਇੰਗਲੈਂਡ ਵਿੱਚ ਵੀ ਰਹੇ ਹਨ, ਅੱਜ ਕੱਲ੍ਹ ਉਹ USA ਵਿੱਚ ਰਹਿੰਦੇ ਹਨ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਇਹ ਸੁਖੈਨ ਤਰੀਕਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖ ਧਰਮ ਚਲਾਇਆ, ਕਿਉਂਕਿ ਉਸ ਪ੍ਰਭੂ ਪਰਮਾਤਮਾ ਦੇ ਵਿੱਚ ਅਭੇਦ ਹੋਣ ਲਈ ਇਹ ਇੱਕ ਸੁਖੈਨ ਮਾਰਗ ਸੀ। ਪਰ ਸਾਡੇ ਵਿੱਚ ਇਸ ਤਰ੍ਹਾਂ ਦੇ ਕੁਝ ਕੁ ਪ੍ਰਚਾਰਕ ਆਪੋ ਬਣੇ ਪ੍ਰੋਫੈਸਰ ਜਾਂ ਹੋਰ ਕਈ ਇਸ ਤਰ੍ਹਾਂ ਦੇ ਸਿੱਖ ਦਿੱਖ ਵਾਲੇ ਪ੍ਰਚਾਰਕਾਂ ਨੇ ਪਿਛਲੇ ਕਾਫੀ ਸਮੇਂ ਵਿੱਚ ਮਹਾਂਪੁਰਖਾਂ ਬਾਬਤ, ਸੰਪਰਦਾਵਾਂ ਦੇ, ਜੋ ਸਾਡੀਆਂ ਰਹਿਤ ਮਰਿਆਦਾ ਦੇ ਬਾਬਤ ਕਈ ਇਸ ਤਰ੍ਹਾਂ ਦੇ ਕੂੜ ਜੋ ਪ੍ਰਚਾਰ ਇਹਨਾਂ ਨੇ ਕੀਤਾ, ਅਤੇ ਉਹ ਵੀ ਆਪਣੇ ਸਾਹਮਣੇ ਆਇਆ ਕਿ ਇਹਨਾਂ ਦਾ ਸਮਾਂ ਹੁੰਦਾ ਸੀ। ਪਰ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਸਾਰੇ ਜਿਸ ਤਰ੍ਹਾਂ ਇਹ ਹੰਸਰਾ ਜੀ ਹੁਣੀ ਹਨ, ਹੋਰ ਵੀ ਕਈ ਸੱਜਣ ਪਿਆਰੇ ਹਨ ਜੋ ਗੁਰੂ ਸਾਹਿਬ ਦੇ ਸਿਧਾਂਤ ਨੂੰ ਉਹ ਅੱਗੇ ਲੈ ਕੇ ਆਏ। ਅਤੇ ਅੱਜ ਕੱਲ੍ਹ ਇਹੋ ਜਿਹੇ ਜੋ ਪ੍ਰਚਾਰਕਾਂ ਨੂੰ ਹੁਣ ਤੁਹਾਨੂੰ ਪਤਾ ਹੀ ਹੈ ਕਿਵੇਂ ਸਟੇਜਾਂ ਤੋਂ ਇਹਨਾਂ ਨੂੰ ਉਤਾਰਿਆ ਦਾ ਮਤਲਬ ਇਹ ਨਹੀਂ ਹੈ ਕਿ ਇਹਨਾਂ ਨੂੰ ਜੋ ਇਹਨਾਂ ਦਾ ਪ੍ਰਚਾਰ ਦੇ ਕਾਰਨ ਉਤਾਰਿਆ ਗਿਆ, ਕਿਉਂਕਿ ਸਿੱਖੀ ਦੇ ਵਿੱਚ ਇੱਕ ਦੁਬਿਧਾ ਪਾਉਣ ਵਾਲਾ ਇਹਨਾਂ ਦਾ ਹਮੇਸ਼ਾ ਹੀ ਪ੍ਰਚਾਰ ਰਿਹਾ। ਅਤੇ ਆਪਾਂ ਅੱਜ ਗੱਲਬਾਤ ਕਰਾਂਗੇ। ਹੰਸਰਾ ਜੀ ਹੁਣੀ ਸਾਡੇ ਨਾਲ ਪਹਿਲੀ ਵਾਰ ਇਸ ਸਟੂਡੀਓ ਵਿੱਚ ਗੱਲਬਾਤ ਕਰਨ ਲਈ ਅੱਜ ਆਏ ਹਨ, ਅਤੇ ਆਪਾਂ ਪਹਿਲਾਂ ਇਹਨਾਂ ਦੇ ਥੋੜ੍ਹਾ ਜੀਵਨ ਬਾਰੇ ਵੀ ਪੁੱਛਾਂਗੇ, ਕਿਉਂਕਿ ਇਹ ਵੀ ਮਹਾਂਪੁਰਖਾਂ ਦੇ ਨਾਲ ਇਹਨਾਂ ਨੇ ਕਾਫੀ ਸੰਗਤ ਕੀਤੀ ਹੈ। ਜਿਸ ਤਰ੍ਹਾਂ ਖਾਸ ਕਰਕੇ ਸੰਪਰਦਾਇ ਜੋ ਨਾਨਕਸਰ ਦੇ ਨਾਲ ਇਹਨਾਂ ਦਾ ਕਾਫੀ ਪਿਆਰ ਆ, ਅਤੇ ਆਪਾਂ ਇਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ, ਨਾਲੇ ਪੁੱਛਦੇ ਹਾਂ ਜੋ ਸਰਬਜੀਤ ਧੁੰਦਾ ਮਿਸ਼ਨਰੀ ਪ੍ਰਚਾਰ ਦੇ ਉੱਪਰ ਕੇਸ ਹੋਏ ਹਨ ਉਹਨਾਂ ਦੇ ਬਾਬਤ ਆਪਾਂ ਅੱਜ ਗੱਲਬਾਤ ਕਰਾਂਗੇ ਜੀ। ਹਾਂਜੀ ਭਾਈ ਸਾਹਿਬ ਜੀ, ਆਪ ਜੀ ਦਾ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਧੰਨਵਾਦ ਜੀ ਆਪ ਜੀ ਦਾ ਜੋ ਅੱਜ ਤੁਸੀਂ ਇੱਕ ਵਾਰ ਮੈਂ ਫਿਰ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਧੰਨਵਾਦ ਜੀ। ਠੀਕ ਹੈ ਜੀ, ਪਹਿਲਾਂ ਆਵਾਜ਼ ਥੋੜ੍ਹੀ ਠੀਕ ਨਹੀਂ ਆ ਰਹੀ ਜੀ, ਅਤੇ ਆਪ ਜੀ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਆਪਾਂ ਅੱਜ ਜੋ ਗੱਲਬਾਤ ਮੈਂ ਪਿਛਲੇ ਦਿਨਾਂ ਵਿੱਚ ਇੱਕ ਆਪ ਜੀਆਂ ਦੀ ਪੋਸਟ ਵੀ ਵੇਖੀ ਸੀ, ਉਸ ਦੇ ਵਿੱਚ ਆਪ ਜੀ ਨੇ ਜੋ ਇਹ ਸਰਬਜੀਤ ਧੁੰਦਾ ਇਸ ਦੇ ਉੱਪਰ ਕੁਝ ਕੇਸ ਹੋਏ ਹਨ, ਉਹਨਾਂ ਬਾਰੇ ਵੀ ਆਪ ਜੀ ਨੇ ਉਸ ਪੋਸਟ ਵਿੱਚ ਜਾਣਕਾਰੀ ਦਿੱਤੀ ਸੀ। ਅਤੇ ਆਪਾਂ ਅੱਜ ਇਹ ਜਿਹੜੀ ਜਾਣਕਾਰੀ ਆ ਆਪ ਜੀ ਨੂੰ ਇਸ ਮਾਧਿਅਮ ਦੇ ਰਾਹੀਂ ਆਪਾਂ ਸਾਰੇ ਹੀ ਸੰਸਾਰ ਦੇ ਵਿੱਚ ਪਹੁੰਚਾਉਣੀ ਚਾਹੁੰਦੇ ਹਾਂ। ਅਤੇ ਪਹਿਲਾਂ ਆਪਾਂ ਜਿਹੜਾ ਮੈਂ ਜ਼ਰੂਰ ਕਿਉਂਕਿ ਤੁਸੀਂ ਪਹਿਲੀ ਵਾਰ ਸਾਡੇ ਸਟੂਡੀਓ ਵਿੱਚ ਆਏ ਹੋ, ਅਤੇ ਕਈ ਬਹੁਤ ਸਾਰੇ ਪ੍ਰਚਾਰਕਾਂ ਦਾ ਕਹਿ ਦਿੱਤਾ ਜਾਂਦਾ ਕਿ ਮਹਾਂਪੁਰਖਾਂ ਦੀ, ਸੰਤਾਂ ਦੀ ਜਾਂ ਸੰਪਰਦਾਵਾਂ ਦੀ, ਜਾਂ ਕਹਿ ਲਓ ਕਿ ਨਾਨਕਸਰ ਜਿਹੜੀ ਸੰਪਰਦਾ ਵੀ ਆ, ਇਹਨਾਂ ਦੇ ਲਈ ਕਈ ਤਰ੍ਹਾਂ ਦੀਆਂ ਟੀਕਾ ਟਿੱਪਣੀਆਂ ਵੱਲੋਂ ਕੀਤੀਆਂ ਜਾਂਦੀਆਂ ਸੀ, ਉਹਨਾਂ ਦੇ ਬਾਣਿਆਂ 'ਤੇ ਹੋਰ ਕਈ। ਪਰ ਤੁਸੀਂ ਇਹ ਦੱਸੋ, ਤੁਸੀਂ ਵੀ ਇੰਨੇ ਸਮੇਂ ਤੋਂ ਇਹਨਾਂ ਨਾਲ ਜੁੜੇ ਹੋਏ ਸੰਪਰਦਾਵਾਂ ਦਾ ਸਤਿਕਾਰ ਕਰਦੇ ਆ। ਜੁੜੇ ਹੋਏ ਦਾ ਇਹ ਮਤਲਬ ਨਹੀਂ ਹੁੰਦਾ, ਇਹਨਾਂ ਮਹਾਂਪੁਰਖਾਂ ਦਾ ਹੀ ਸਤਿਕਾਰ ਕਰਕੇ ਜੋ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦਾ ਮਾਰਗ ਆ ਉਸ ਦੇ ਉੱਪਰ ਚੱਲਣ ਲਈ ਇਹੋ ਸਾਨੂੰ ਜੋ ਸੰਦੇਸ਼ ਦਿੰਦੇ ਹਨ। ਪਰ ਤੁਸੀਂ ਦੱਸੋ, ਇਹਨਾਂ ਦਾ ਬਹੁਤ ਸਾਰੇ ਪ੍ਰਚਾਰਕਾਂ ਦਾ ਇਹ ਕਹਿ ਦਿੱਤਾ ਜਾਂਦਾ ਕਿ ਜੋ ਮਹਾਂਪੁਰਖ ਹਨ ਜਾਂ ਕਹਿ ਲਓ ਕਿ ਨਾਨਕਸਰ ਸੰਪਰਦਾਵਾਂ ਵੀ ਆ,
ਉਹਨਾਂ ਦੀ ਕੋਈ ਪੰਥ ਨੂੰ ਦੇਣ ਨਹੀਂ ਹੈ। ਪਰ ਤੁਹਾਡਾ ਜੀਵਨ ਵਿੱਚ ਇਹ ਕਿਵੇਂ ਤੁਸੀਂ ਗੁਰੂ ਦੇ ਲੜ ਲੱਗੇ, ਉਹਦੇ ਬਾਰੇ ਜ਼ਰੂਰ ਪਹਿਲਾਂ ਥੋੜਾ ਸੰਖੇਪ ਜਿਹਾ ਦੱਸੋ ਜੀ। ਜੀ ਹਾਂਜੀ ਹਾਂਜੀ ਭਾਈ ਸਾਹਿਬ, ਬਹੁਤ ਸੋਹਣਾ ਸਵਾਲ ਕੀਤਾ ਜੀ ਤੁਸੀਂ। ਤੇ ਚਲੋ ਬਸ ਛੇਤੀ ਛੇਤੀ ਜੀ ਆਪਾਂ ਕਰਦੇ ਹਾਂ, ਆਪਣਾ ਪਿਛਾ ਦਾ ਹੋਰ ਹੈ। ਚਲੋ ਦੇਖੋ ਜੀ, ਇਹ ਨਾਨਕਸਰ ਸੰਪਰਦਾ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਵੀ ਸ਼ੁਰੂ ਕੀਤੀ ਸੀ ਜੀ। ਤੇ ਫਿਰ 1943 ਸਾਲ ਚ ਬਾਬਾ ਆਨੰਦ ਸਿੰਘ ਜੀ ਦਰਗਾਹ ਨੂੰ ਚਲੇ ਗਏ। ਉਸ ਤੋਂ ਬਾਅਦ ਬਾਬਾ ਈਸ਼ਰ ਸਿੰਘ ਜੀ ਦਾ ਇਸ਼ਾਰਾ ਕਰ ਗਏ ਸੀ ਤੇ ਇਹ ਵੀ ਵਚਨ ਕਰ ਗਏ ਸੀ ਵੀ ਇੱਥੇ ਕਿਸੇ ਸੋਨੇ ਦੇ ਕਲਸ਼ ਲੱਗਣਗੇ, ਤੇ ਜੋ ਕਿ ਬਾਬਾ ਜੀ ਨੇ, ਬਾਬਾ ਈਸ਼ਰ ਸਿੰਘ ਜੀ ਨੇ ਆ ਕੇ ਪੂਰੇ ਕੀਤੇ। ਸਾਰਾ ਠਾਠ ਬਣਾਇਆ ਨਾਨਕਸਰ ਤੇ ਵੀ ਬਣਾ ਕੇ 1950 ਸਾਲ ਸ਼ੁਰੂ ਕਰਕੇ ਸੱਚਖੰਡ ਦੇ ਵਿੱਚ ਸੰਪੜ ਅਖੰਡ ਪਾਠ ਸਾਹਿਬ ਦੇ ਸਰਬੱਤ ਦੇ ਭਲੇ ਦੀ ਆਰੰਭ ਕੀਤੀ। ਸਰਬੱਤ ਦੇ ਭਲੇ ਸੰਪੜ ਅਖੰਡ ਪਾਠ ਸਾਹਿਬ ਸ਼ੁਰੂ ਕੀਤੇ ਜੀ। ਤੇ ਉਸ ਤੋਂ ਬਾਅਦ ਜੀ ਫਿਰ ਇਹ ਨਾਨਕਸਰ ਦੀ ਮਰਿਆਦਾ ਉਹਨਾਂ ਨੇ ਸਥਾਪਿਤ ਕੀਤੀ ਵੀ ਇਸਤਰੀ ਮਾਂ ਤੇ ਪੈਸੇ ਨੂੰ ਗਊ ਦਾ ਹੱਡ ਵੀ ਇਹ ਚੀਜ਼ ਨੂੰ ਰੱਖਿਆ ਵੀ ਨਾਨਕਸਰ ਚ ਇਹ ਚੀਜ਼ ਹੈ। ਕੋਈ ਮਹਾਂਪੁਰਸ਼ ਕੋਲ ਪੈਸਾ ਨਹੀਂ ਹੋਊਗਾ, ਨਾ ਮੰਗਿਆ ਜਾਊਗਾ, ਨਾ ਹੋਰ ਆ। ਪੂਰਨ ਮਨਾਹੀ ਕੀਤੀ ਵੀ ਬਾਕੀ 13 ਨਾਨਕਸਰ ਠਾਠ ਬਣਾਏ ਉਹਨਾਂ ਨੇ। ਠਾਠ ਬਣਾ ਕੇ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਲਵਾਏ, ਇਨਕਲੂਡਿੰਗ ਨਾਨਕਸਰ ਕਰਿਆ। ਹੁਣ ਤੁਹਾਡਾ ਸਵਾਲ ਹੈ ਜੀ, ਅਸੀਂ ਕਿਸ ਤਰ੍ਹਾਂ ਜੁੜਿਆ ਪਰਿਵਾਰ 'ਚ, ਇਹ ਵੀ ਦੱਸਾਂ ਜੀ। ਅਸੀਂ ਜੀ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਜਗਰਾਉਂ ਦੇ ਕੋਲ ਪਿੰਡ ਕਮਾਲਪੁਰਾ ਦਾਸ ਦਾ ਉਹ ਪਿੰਡ ਹੈ। ਸਾਡਾ ਪੜ੍ਹਿਆ ਲਿਖਿਆ ਪਰਿਵਾਰ ਹੈ। ਮੇਰੇ ਦਾਦਾ ਜੀ ਮੇਰੇ ਡਾਕਟਰ ਹੋਏ ਆ ਜੀ, ਡਾਕਟਰ ਸੰਤ ਸਿੰਘ ਜੀ। ਤੇ ਮੇਰੇ ਪਿਤਾ ਜੀ ਪ੍ਰਿੰਸੀਪਲ ਬਲਵੀਰ ਸਿੰਘ ਜੀ ਹੋਏ ਆ। ਉਹਨਾਂ ਨੇ 50,000 ਮੁੰਡਿਆਂ ਨੂੰ ਉੱਥੇ ਪੜਾਇਆ ਜੀ। ਜਗਰਾਉਂ ਕਾਲਜ ਦੇ ਪ੍ਰਿੰਸੀਪਲ ਸੀ ਤੇ ਬਾਕੀ ਉਹਨਾਂ ਨੇ 50,000 ਦੇ ਕਰੀਬ ਭਾਈ ਸਾਹਿਬ ਜੀ, ਮੈਂ ਇੱਕ ਮਿੰਟ ਆਪ ਜੀ ਹਾਂਜੀ ਭਾਈ ਸਾਹਿਬ ਇੱਕ ਮਿੰਟ ਮੈਂ ਰੋਕ ਰਿਹਾ। ਜਿਨ੍ਹਾਂ ਦੀ ਹੁਣੇ ਪਿੱਛੇ ਜਿਹੜੇ ਸਰੀਰ ਛੱਡ ਗਏ ਨੇ, ਤੁਸੀਂ ਉਹਨਾਂ ਦੀ ਗੱਲ ਕਰਦੇ ਹੋ, ਤੁਹਾਡੇ ਪਿਤਾ ਜੀ ਸਨ? ਥੋੜਾ ਹਾਂਜੀ, ਮੇਰੇ ਸਰਕਾਰ ਜੋ ਪਿਤਾ ਜੀ ਸੀ। ਹਾਂਜੀ ਬਿਲਕੁਲ ਜੀ, ਬਿਲਕੁਲ ਸਾਰੇ ਪਿਤਾ ਜੀ ਸਰ ਜੀ। ਤੇ ਉਸ ਦਾ ਬਲਵੀਰ ਸਿੰਘ ਜੀ, ਉਹਨਾਂ ਨੇ 50,000 ਮੁੰਡਿਆਂ ਨੂੰ ਅੰਮ੍ਰਿਤ ਛਕਾਇਆ ਤੇ ਬਾਕੀ ਕੇਸ ਰਖਾਏ, ਦਾੜੀਆਂ ਰਖਾਈਆਂ ਮੁੰਡਿਆਂ ਦੀ, ਸਾਰੇ ਇਲਾਕੇ ਨੂੰ ਪਤਾ ਜੀ। ਤੇ ਤੁਸੀਂ ਦੇਖਿਆ ਉਹਨਾਂ ਦਾ ਜਦੋਂ ਅੰਤਮ ਸਮਾਂ ਸੀਗਾ ਜੀ, ਬਹੁਤ ਦੁਨੀਆ ਨੇ ਦੁੱਖ ਪ੍ਰਗਟ ਕੀਤਾ ਜੀ ਇਸੇ ਕਰਕੇ, ਕਿਉਂਕਿ ਉਹਨਾਂ ਦੀ ਬਹੁਤ ਵੱਡੀ ਦੇਣ ਸੀ। ਬਾਕੀ ਹੈ ਕਿ ਫਿਰ ਸਾਡਾ ਪੜ੍ਹਿਆ ਲਿਖਿਆ ਪਰਿਵਾਰ ਸੀ। ਸਾਡਾ ਪਰਿਵਾਰ ਸੀਗਾ ਥੋੜਾ ਜਿਹਾ ਕਮਿਊਨਿਸਟ ਮਾਈਂਡਡ ਸੀਗਾ, ਹੋ ਗਿਆ ਸੀ ਜੀ ਪਰਿਵਾਰ। ਵੀ ਇੱਥੇ ਪੜ੍ਹਦੇ ਵੀ ਸਾਡੇ ਪਿਤਾ ਜੀ ਵੀ ਗੌਰਮੈਂਟ ਕਾਲਜ ਹੁਸ਼ਿਆਰਪੁਰ ਪੜ੍ਹਦੇ ਰਹੇ, ਗੌਰਮੈਂਟ ਕਾਲਜ ਲੁਧਿਆਣੇ ਪੜ੍ਹਦੇ ਰਹੇ। ਉਹਨਾਂ ਦਾ ਧਿਆਨ ਥੋੜਾ ਕਮਿਊਨਿਸਟ ਮਾਈਂਡਡ ਚ ਜਿਸ ਤਰ੍ਹਾਂ ਬੱਚੇ ਜਾਂਦੇ ਉਸ ਤਰ੍ਹਾਂ ਹੋ ਗਿਆ ਸੀਗਾ। ਫਿਰ ਨਾਨਕਸਰ ਬਾਬਾ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਫਿਰ ਬਹੁਤ ਜ਼ਿਆਦਾ ਕ੍ਰਿਸ਼ਮੇ ਦਿਖਾਏ, ਪ੍ਰਤੱਖ ਦਿਖਾਏ। ਫਿਰ ਉਹਨਾਂ ਦੇ ਪਰਿਵਾਰ ਨੂੰ ਸਾਡੇ ਨੂੰ ਅੰਮ੍ਰਿਤ ਛਕਾਇਆ ਸੀ। ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਹੇ ਧੰਨ ਬਾਬਾ ਈਸ਼ਰ ਸਿੰਘ ਜੀ। ਸਾਡੇ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ ਸੀ। 5 ਭਰਾ ਜੀ, 5 ਅਮਰੀਕਾ ਰਹਿੰਦੇ, 5 ਦੇ ਘਰੇ ਗੁਰੂ ਗ੍ਰੰਥ ਸਾਹਿਬ ਆ। 5 ਦੇ ਬੱਚੇ ਵੀ ਗੁਰੂ ਸਿੱਖੀ ਸਰੂਪ ਪਹਿਨਾਇਆ 5 ਬੱਚਿਆਂ ਨੇ। ਜੀ ਜੀ ਬਿਲਕੁਲ। ਮੈਂ ਇਸ ਲਈ ਕਹਿਣਾ ਕਿਉਂਕਿ ਆਪ ਜੀਆਂ ਨਾਲ ਮੈਂ ਫਸਟ ਟਾਈਮ ਗੱਲਬਾਤ ਕਰ ਰਿਹਾ ਆਪਣੇ ਇਸ ਮਾਧਿਅਮ ਰਾਹੀਂ, ਕਿਉਂਕਿ ਬਹੁਤ ਸਾਰਿਆਂ ਦਾ ਇਹ ਕਹਿ ਦਿੱਤਾ ਜਾਂਦਾ ਹੈ ਜੀ ਕਿ ਜੋ ਮਹਾਂਪੁਰਖ ਆਉਂਦੇ ਹਨ ਉਹ ਸਿਰਫ ਆਪਣੇ ਸਰੀਰ ਨਾਲ ਹੀ ਜੋੜਦੇ ਹਨ। ਪਰ ਹੁਣ ਤੁਸੀਂ ਦੇਖੋ, ਤੁਸੀਂ 5 ਭਾਈ ਹੋ, ਆਪ ਜੀਆਂ ਦੇ ਘਰ ਗੁਰੂ ਸਾਹਿਬ ਦੇ ਪ੍ਰਕਾਸ਼ ਹਨ ਤੇ ਅੱਗੇ ਆਪ ਜੀਆਂ ਦੀ ਜੋ ਬੇਲ ਹਰੀ ਗੁਰੂ ਸਾਹਿਬ ਦੇ ਚਰਨਾਂ ਨਾਲ ਉਹ ਲੱਗੇ ਹੋਏ ਨੇ। ਤੇ ਇਹ ਜਿਹੜੇ ਮਹਾਂਪੁਰਖਾਂ ਦਾ ਤਾਂ ਅਸੀਂ ਸਤਿਕਾਰ ਕਰਦੇ ਹਾਂ। ਜਿਸ ਤਰ੍ਹਾਂ ਆਮ ਜਿਹੜੇ ਲੋਕ ਹਨ ਉਹਨਾਂ ਦੇ ਵੀ ਫਰੈਂਡ ਮਿੱਤਰ ਹੁੰਦੇ ਨੇ, ਉਹ ਵੀ ਘਰ ਆਉਂਦੇ ਨੇ, ਉਹਨਾਂ ਨੂੰ ਸਤਿਕਾਰ, ਉਹਨਾਂ ਨੂੰ ਖਾਣਾ ਵਧੀਆ ਖਿਲਾਉਂਦੇ ਨੇ, ਬਹਿੰਦੇ ਨੇ, ਉੱਠਦੇ ਨੇ। ਪਰ ਜਿਹੜੇ ਗੁਰੂ ਪਿਆਰੇ ਵੀ ਹੁੰਦੇ ਨੇ, ਉਹ ਜਿਹੜੇ ਮਹਾਂਪੁਰਖਾਂ ਦੀ ਸੰਗਤ ਕਰਕੇ ਉਹਨਾਂ ਨੂੰ ਆਇਆਂ ਦਾ ਸਤਿਕਾਰ ਕਰਦੇ ਹਨ। ਤੇ ਇਹੋ ਹੀ ਹੁੰਦਾ, ਪਰ ਜੋੜਦੇ ਤਾਂ ਉਹ ਵੀ ਗੁਰੂ ਸਾਹਿਬ ਜੀ ਨਾਲ ਹਨ। ਬਹੁਤ ਵਧੀਆ ਇਹ, ਕਿਉਂਕਿ ਆਮ ਕਰਕੇ ਕਹਿ ਦਿੱਤਾ ਜਾਂਦਾ ਨਾ ਇਹਨਾਂ ਵੱਲੋਂ ਵੀ ਜੋ ਵੀ ਆ ਬਾਬੇ ਇਹ ਸਿਰਫ ਤੇ ਸਿਰਫ ਆਪਣੇ ਸਰੀਰ ਨਾਲ ਜੋੜਦੇ ਹਨ, ਪਰ ਇਹ ਬਿਲਕੁਲ ਨਹੀਂ ਹੈ। ਤੇ ਇਸ ਤੋਂ ਅੱਗੇ ਆਪਾਂ ਜਿਹੜੀ ਅੱਜ ਗੱਲ ਮੇਨ ਤੇ ਆਪਾਂ ਆਉਣਾ ਜੀ, ਜਿਹੜਾ ਇਹ ਸਰਬਜੀਤ ਸਿੰਘ ਧੁੰਦੇ ਤੇ ਜੋ ਕੇਸ ਹੋਏ ਹਨ, ਉਹ ਕਿਵੇਂ ਤੇ ਕਿਹਨਾਂ ਕਾਰਨਾਂ ਕਰਕੇ ਤੇ ਕਦੋਂ, ਤੇ ਉਹਨਾਂ ਬਾਰੇ ਜ਼ਰੂਰ ਤੁਸੀਂ ਥੋੜਾ ਸੰਖੇਪ ਵਿੱਚ ਦੱਸਣਾ ਜੀ। ਜੀ ਹਾਂਜੀ ਭਾਈ ਸਾਹਿਬ, ਇੱਕ ਗੱਲ ਰਹਿ ਗਈ ਸੀ, ਆਪਣੀ ਪਿੱਛੇ ਰਹਿ ਗਈ ਸੀ ਇਹ ਗੱਲ, ਉਹ ਵੀ ਕਲੀਅਰ ਕਰਦਾ ਜੀ। 2 ਮਿੰਟ ਲੱਗਣੇ ਜੀ। ਤੇ ਜਦੋਂ ਜੀ ਪੰਜਾਬੀ ਸੂਬੇ ਦਾ ਮੋਰਚਾ ਚੱਲ ਰਿਹਾ ਸੀ ਪੰਜਾਬ ਦੇ ਵਿੱਚ, ਇਹ ਕਿਹਾ ਗਿਆ ਸੀਗਾ ਵੀ ਪੰਜਾਬੀ ਸੂਬਾ ਜਿੰਦਾਬਾਦ ਤੇ ਪਾਬੰਦੀ ਲੱਗੀ ਹੋਈ ਆ। ਉਸ ਮੌਕੇ ਨਾਨਕਸਰੋਂ ਸੰਤ ਬਾਬਾ ਈਸ਼ਰ ਸਿੰਘ ਜੀ ਨੇ ਮੋਰਚਾ ਰੱਖਿਆ ਸੀ। ਉਹ 12 ਜੂਨ 1960 ਨੂੰ ਦਿੱਲੀ 'ਚ ਸਿੱਖਾਂ ਦੇ ਜ਼ੁਲਮ ਹੋਇਆ ਸੀ, ਸਿੱਖਾਂ ਨੂੰ ਕੁੱਟਿਆ ਗਿਆ ਸੀ। ਉਸ ਤੋਂ ਬਾਅਦ ਬਾਬਾ ਜੀ ਕਸ਼ਮੀਰ ਤੋਂ ਆਏ ਸੀ, ਮੋਰਚਾ ਰੱਖਿਆ ਗਿਆ ਸੀ। ਮੇਰੇ ਪਿਤਾ ਜੀ ਨੇ ਗ੍ਰਿਫਤਾਰੀ ਦਿੱਤੀ ਆ। ਮੇਰੇ ਪਿਤਾ ਜੀ ਕੋਈ 7 ਮਹੀਨੇ ਤੋਂ ਉੱਪਰ ਜੇਲ੍ਹ 'ਚ ਰਹਿ ਕੇ ਆਏ ਆ ਜੀ। ਫਿਰ ਇਹਨਾਂ ਨੂੰ ਪੁੱਛਿਆ ਵੀ ਤੁਹਾਡੇ ਪਿਤਾ ਦਾ ਨਾਮ ਕੀ ਹੈ? ਕਹਿੰਦੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਮਾਤਾ ਜੀ ਨਾਮ ਮਾਤਾ ਸਾਹਿਬ ਦਿਓ ਜੀ, ਇਹਨਾਂ ਨੇ ਦੱਸਿਆ। ਉਹ ਕਹਿੰਦੇ ਇੱਥੇ ਤੈਨੂੰ ਪਤਾ, ਕਹਿੰਦੇ ਕੁਰਕੀ ਦਾ ਆਰਡਰ ਹੈ, ਕਹਿੰਦੇ ਮੇਰੇ ਗੱਲ 'ਚ ਫਾਂਸੀ ਦਾ ਬੰਦਾ ਪਾ ਦਿਓ, ਮੈਂ ਫਿਰ ਵੀ ਕਹੂੰਗਾ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਆ। ਫਿਰ ਜੀ ਫਿਰ ਉਸ ਪੰਜਾਬੀ ਸੂਬੇ ਦਾ ਮੋਰਚਾ ਨਾਨਕਸਰੋਂ ਰੱਖਿਆ ਗਿਆ ਸੀਗਾ।
ਤੇ ਅਕਾਲ ਤਖਤ ਤੋਂ ਸ਼ੁਰੂ ਹੋਏ ਸੀ, ਫਿਰ ਨਾਨਕਸਰ ਦੇ ਹੱਥ 'ਚ ਆ ਗਏ ਸੀ ਇਹ। ਫਿਰ ਇੱਥੋਂ ਮੇਰੇ ਪਿਤਾ ਜੀ ਨੂੰ ਇੱਥੋਂ ਸਾਰੇ ਜਿਹੜੇ ਨਾਨਕਸਰ ਦੇ ਬੈਂਕਵਾ ਸੇਵਾਦਾਰ ਜਿਹੜੇ ਮੌਜੂਦਾ ਮਹਾਂਪੁਰਸ਼ ਹੁਣ ਪਹਿਲਾਂ ਜਿਹੜੇ ਗੁਜ਼ਰੇ ਆ ਜੀ ਮਹਾਂਪੁਰਸ਼ ਨੇ, ਉਹਨਾਂ ਦੇ ਸਾਰੇ ਸਵੇਰੇ ਚਿੱਟੀਆਂ ਦਸਤਾਰਾਂ, ਸ਼ਾਮ ਨੂੰ ਚਾਦਰੇ ਬੰਨ੍ਹ ਕੇ ਪਿੰਡਾਂ ਦੇ ਵਿੱਚ ਪੰਜਾਬੀ ਸੂਬੇ ਦਾ ਪ੍ਰਚਾਰ ਕਰਦੇ, ਇਨਕਲੂਡਿੰਗ ਦਾ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਵੀ ਸਾਰਾ ਕੁਝ ਪਤਾ ਜੀ। ਉੱਥੇ ਉਮਰ ਚੱਲੀ ਤੇ ਮੌਜੂਦਾ ਸਿੱਖ ਸੰਘਰਸ਼ ਦੀ ਮੈਂ ਗੱਲ ਕਰਾਂ ਜੀ, ਜਿਹੜਾ ਹੁਣ ਨਾ ਕੀ ਆ ਧੰਨ ਧੰਨ ਬਾਬਾ ਈਸ਼ਰ ਸਿੰਘ ਦੇ ਭਰੋਸਾ ਇਹ ਮਹਾਂਪੁਰਸ਼ ਸੰਤ ਬਾਬਾ ਜੰਗ ਸਿੰਘ ਜੀ ਮਹਿਲ ਕਲਾਂ ਬਰਨਾਲੇ ਵਾਲੇ, ਉਹਨਾਂ ਨੇ ਦਾਸਾਂ ਦੀ ਸ਼ਹੀਦੀ ਦਿੱਤੀ ਹੈ ਜੀ। ਚਿੱਟਾ ਚੋਲਾ ਛਾਤੀ ਤੋਂ ਪਾੜ ਕੇ ਤੇ ਗੁਰਦੁਆਰਾ ਰਕਾਬਗੰਜ ਦਿੱਲੀ 'ਚ ਸ਼ਹੀਦੀ ਦਿੱਤੀ ਹੈ, ਜਦੋਂ ਕਿ ਸਿੱਖਾਂ ਦੀਆਂ ਅਸਥੀਆਂ ਜਾ ਰਹੀਆਂ ਸੀ ਤੇ ਵੀ ਉਹ ਦਾਸਾਂ ਦੀ ਸ਼ਹੀਦੀ ਦਿੱਤੀ ਸੀ ਜੀ। ਫਿਰ ਉਹਨਾਂ ਨੇ ਬਿਲਕੁਲ ਵੀ ਉਹਨੇ ਛਾਤੀ 'ਚ ਗੋਲੀਆਂ ਲੱਗੀਆਂ ਸੀ, ਫਿਰ ਸ਼ਹੀਦੀ ਦਿੱਤੀ ਕਿਉਂਕਿ ਉਹਨਾਂ ਬਰਬੀ ਬਾਬਾ ਜੀ ਵੱਲੋਂ ਹੋਈ ਸੀ। ਫਿਰ ਚਲੋ ਜਿਹੜਾ ਹੋਰ ਉਸ ਤੋਂ ਇਲਾਵਾ ਜਿਹੜਾ ਮੌਜੂਦਾ ਸੰਘਰਸ਼ ਗਿਆ ਜਿੰਨੀਆਂ ਜੀ, ਮੈਂ ਤਾਂ ਬਾਹਰ ਸੀਗਾ ਜੀ ਇੰਗਲੈਂਡ, ਮੈਨੂੰ ਤਾਂ ਬਾਅਦ 'ਚ ਪਤਾ ਲੱਗਿਆ ਜੀ, ਬਾਅਦ 'ਚ ਪਤਾ ਲੱਗਿਆ ਵੀ ਜਿੰਨੀਆਂ ਖਾਲਿਸਤਾਨ ਲਿਬਰੇਸ਼ਨ ਫੋਰਸ ਦੀਆਂ ਮੀਟਿੰਗਸ ਹੁੰਦੀਆਂ ਸੀ ਮਾਝੇ ਤੇ ਮਾਲਵੇ ਮੁੰਡਿਆਂ ਦੀਆਂ, ਸਾਰੀਆਂ ਨਾਨਕਸਰ ਹੁੰਦੀਆਂ ਸੀ ਤੇ ਵੀ ਹੁੰਦੀਆਂ ਸੀ ਉਹ ਬਾਬਾ ਕੁੰਦਰ ਸਿੰਘ ਜੀ ਦੇ ਬਾਗ ਦੇ ਵਿੱਚ, ਤੇ ਇੱਧਰ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਕੁਲਦੀਪ ਸਿੰਘ ਕੀਪਾ ਸ਼ੇਖੂਪੁਰੀਆ ਤੇ ਚਗਾਵੇਂ ਦੇ ਮੁੰਡੇ ਮੋਗੇ ਕੋਲ ਉੱਥੋਂ ਦੇ ਜੀ, ਤੇ ਬਾਕੀ ਉਧਰੋਂ ਮਾਝੇ ਦੇ ਮੁੰਡੇ ਪਿੱਪਲ ਸਿੰਘ ਢੋਲੇਵਾਲ, ਰੇਸ਼ਮ ਸਿੰਘ ਥਾਂਦੇ ਤੇ ਆਪਣਾ ਨਿਸ਼ਾਨ ਸਿੰਘ ਮੁੰਡੇ, ਉਹ ਸਾਰੇ ਉੱਥੇ ਦੇ ਮੇਰੇ ਉੱਥੇ ਛਾਪੇ ਪੈਂਦੇ ਸੀ, ਰੇਡਸ ਪੈਂਦੀਆਂ ਸੀ, ਸਾਰੇ ਮੁੰਡੇ ਉੱਥੇ ਹੁੰਦੇ ਸੀ। ਬਹੁਤ ਵੱਡੀ ਪਨਾਹ ਸੀਗੀ ਜੀ ਨਾਨਕਸਰ ਦੀ। ਬਾਬਾ ਜਰਨੈਲ ਸਿੰਘ ਜੀ 3-3 ਦਿਨ ਨਾਨਕਸਰ ਬਾਬਾ ਕੁੰਦਰ ਸਿੰਘ ਜੀ ਕੋਲ ਠਹਿਰ ਕੇ ਜਾਂਦੇ ਸੀ, 3-3 ਦਿਨ ਨਾਨਕਸਰ ਰਹਿ ਕੇ ਜਾਂਦੇ ਸੀਗੇ। ਫਿਰ ਜਦੋਂ ਸੰਤ ਬਾਬਾ ਜੰਗ, ਅਖੀਰੀ ਗੱਲ ਦੱਸਣ ਗਿਆ ਜੀ, ਜਦੋਂ ਸੰਤ ਬਾਬਾ ਜੰਗ ਸਿੰਘ ਜੀ ਸ਼ਹੀਦੀ ਹੋਈ ਆ ਤੇ ਵੀ 11 ਅਕਤੂਬਰ 1982 ਨੂੰ ਸ਼ਹੀਦੀ ਹੋਈ ਆ, ਤੇ ਸੰਤ ਬਾਬਾ ਜਰਨੈਲ ਸਿੰਘ ਜੀ ਗੁਰੂ ਨਾਨਕ ਨਿਵਾਸ ਅੰਮ੍ਰਿਤਸਰ ਬੈਠੀ ਸੀ, ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਦੱਸਿਆ ਜਾ ਕੇ ਸਿੰਘ ਦੇ ਵੀ ਬਾਬਾ ਜੰਗ ਸਿੰਘ ਜੀ ਨਾਨਕਸਰ ਸ਼ਹੀਦੀ ਪ੍ਰਾਪਤ ਕਰ ਗਏ, ਤਾਂ ਬਾਬਾ ਜਰਨੈਲ ਸਿੰਘ ਖੜੇ ਹੋ ਗਏ, ਇੱਕਦਮ ਖੜੇ ਹੋ ਕੇ ਕਿਹਾ ਅੱਜ ਸਾਡੀ ਸੱਜੀ ਬਾਂਹ ਟੁੱਟ ਗਈ। ਟਕਸਾਲਾਂ ਦਾ ਇੰਨਾ ਪਿਆਰ ਸੀ ਆਪਸ ਵਿੱਚ ਤੇ ਸਾਡੀ ਸੱਜੀ ਬਾਂਹ ਟੁੱਟ ਗਈ ਜਿਹਦੇ ਨਾਲ ਸੇ ਮਹਾਂਪੁਰਸ਼ ਹੋਇਆ। ਹਾਂਜੀ, ਹੁਣ ਤੁਸੀਂ ਦੂਜਾ ਸਵਾਲ ਕੀਤਾ ਵੀ ਸਰਜੀਤ ਸਿੰਘ ਧੂੰਦੇ ਦਾ ਜੀ। ਹਾਂਜੀ ਜੀ, ਇਹ ਭਾਈ ਸਾਹਿਬ ਗੱਲ ਨਹੀਂ, ਫਿਰ ਆਪਾਂ ਹੁਣ ਪਿਛੋਕੜ ਦੇਖਣਾ ਪੈਣਾ, ਛੇਤੀ ਮੁਕਾਉਣਾ ਜੀ। ਮੈਂ ਪਿਛੋਕੜ ਇਹ ਜੀ, ਅੱਜ ਤੋਂ 3-4 ਮਹੀਨੇ ਪਹਿਲਾਂ ਭਾਈ ਸਰਜੀਤ ਸਿੰਘ ਧੁੰਦਾ ਜੀ ਨੇ ਇੱਕ ਦੀਵਾਨ ਦੇ ਵਿੱਚ ਕਿਹਾ ਵੀ ਗੁਰੂ ਸਾਹਿਬ ਦੀ ਬਾਣੀ ਹੈ ਜੀ, ਗੁਰੂ ਨਾਨਕ ਸਾਹਿਬ ਦੀ, ਕੂੜ ਬੋਲ ਮੁਰਦਾਰ ਖਾਏ, ਗੁਰੂ ਨਾਨਕ ਦੇਵ ਜੀ ਬਾਣੀ ਆ, ਗੁਰੂ ਸਾਹਿਬ 'ਚ ਅੰਕਿਤ ਕੀਤੀ ਹੋਈ ਆ, ਤੇ ਵੀ ਝੂਠ ਜਿਹੜਾ ਬੋਲਦਾ ਮੁਰਦਾ ਖਾਂਦਾ। ਇਹਨੇ ਜੀ ਇਹ ਬੋਲਿਆ, ਇਹ ਕਹਿੰਦਾ ਨਾਨਕਸਰੀਆਂ ਦੇ ਗੰਦ ਪਾਇਆ ਪਿਆ, ਨਾਨਕਸਰੀਏ ਟੋਇਲਟਾਂ ਪੂਜ ਰਹੇ ਆ। ਫਿਰ ਮੈਂ ਉਸ ਤੋਂ ਬਾਅਦ ਉੱਠਿਆ ਜੀ, ਮੈਂ ਕਿਹਾ ਵੀਰ ਸਰਜੀਤ ਸਿੰਘ ਧੁੰਦਾ ਜੀ, ਜੇ ਤੁਸੀਂ ਨਾਨਕਸਰ ਟੋਇਲਟ ਅੱਜ ਵੀ ਸ਼ੋਅ ਕਰ ਦਿਓ ਜਾਂ 50 ਸਾਲ ਪਹਿਲਾਂ ਵੀ ਕਿਤੇ ਸ਼ੋਅ ਕਰ ਦਿਓ, ਮੈਂ 10 ਲੱਖ ਰੁਪਏ ਦਾ ਇਨਾਮ ਦਊਂਗਾ, 10 ਲੱਖ ਰੁਪਏ ਦਾ ਇਨਾਮ ਦਊ, ਤੁਸੀਂ ਸਬੂਤ ਕਰੋ। ਬਿਲਕੁਲ ਜੋ ਇਹਨੇ ਕਰਨਾ ਕੀ ਸੀ, ਬਿਲਕੁਲ ਬੋਲਿਆ ਜੀ। ਮੈਂ ਪੇਪਰ 'ਚ ਪਾਇਆ, ਮੀਡੀਆ 'ਚ ਪਾਇਆ, ਸਭ ਪਾਸੇ ਪਾਇਆ। ਫਿਰ ਉਸ ਤੋਂ ਬਾਅਦ ਜੀ ਫਿਰ ਮੈਂ ਇਹ ਵੀ ਕਿਹਾ, ਮੈਂ ਕਿਹਾ ਭਾਈ ਸਰਜੀਤ ਸਿੰਘ ਧੁੰਦਾ ਜੀ, ਮੈਂ ਕਿਹਾ ਵੀ ਜੇ ਨਾ ਤੁਸੀਂ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਨਾ, ਇਹੋ ਜਿਹੀਆਂ ਗੱਲਾਂ ਬਹੁਤ ਨੁਕਸਾਨਦਾਇਕ ਹੁੰਦੀਆਂ, ਸਿੱਖਾਂ ਦੀ ਪੱਗਾਂ ਲਾਵੇ, ਸਿੱਖਾਂ ਦੇ ਕੇਸ ਕਰੇ, ਇਹ ਚੰਗਾ ਨਹੀਂ ਲੱਗਦਾ। ਇਹੋ ਜਿਹੇ ਕੇਸ ਵਿੱਚ ਨਾ ਅੱਗੇ ਮਹਿੰਦਰ ਸਿੰਘ ਜੋਸ਼ੀ, ਜੇ ਤੁਸੀਂ ਕਿਤਾਬਾਂ ਪੜ੍ਹਦੇ ਮਿਸ਼ਨਰੀ ਤੇ ਦਰਦੀ, ਇਹਨਾਂ ਨੇ ਵੀ ਇਹਨਾਂ ਦੋਨਾਂ ਤੇ ਕੇਸ ਸ਼੍ਰੋਮਣੀ ਕਮੇਟੀ ਨੇ ਕੀਤੇ ਸੀ 295A ਦੇ ਜੀ। ਤੇ ਜਦੋਂ ਸੰਮਨ ਗਏ ਆ, ਨਾਨ ਬੇਲਸ ਵਾਰੰਟ ਹੁੰਦੇ ਜੀ, ਉਹ ਜਦੋਂ ਗਏ ਤਾਂ ਦੋਨਾਂ ਦੀ ਡੈਥ ਹੋ ਗਈ ਸੀ ਇਤਿਹਾਸ ਦੱਸਦਾ। ਤੇ ਫਿਰ ਇਹਨਾਂ ਦੇ ਸਤਿਕਾਰਯੋਗ ਗਿਆਨੀ ਜਗਤਾਰ ਸਿੰਘ ਜਾਚਕ, ਸਰਜੀਤ ਸਿੰਘ ਦੇ ਇਹਨਾਂ ਦੇ ਲੱਗਦੇ ਸੀ ਮਾਮਾ ਜੀ ਸਤਿਕਾਰ ਗਿਆਨੀ ਜਗਤਾਰ ਸਿੰਘ ਜਾਚਕ, ਉਹਨਾਂ ਦੇ ਵੀ ਕੇਸ ਹੋ ਗਏ ਸੀ। ਰਿਚਮੰਡ ਹਿੱਲ ਗੁਰਦੁਆਰੇ ਨਿਊਯਾਰਕ ਨੇ ਕਰਤਾ ਸੀ, ਉਹਨਾਂ ਨੇ ਮੁਆਫੀ ਮੰਗਣੀ ਪਈ ਸੀ। ਗਵਰਨਮੈਂਟ ਮਿਸ਼ਨਰੀ ਕਾਲਜ ਲੁਧਿਆਣੇ ਤੇ ਵੀ ਕੇਸ ਹੋ ਗਿਆ ਸੀ, ਉਹਨਾਂ ਦੀ ਵੀ ਮੁਆਫੀ ਮੰਗਣੀ ਪਈ, ਰਿਟਨ ਮੁਆਫੀ ਮੰਗਣੀ ਪਈ। ਭਾਗ ਸਿੰਘ ਵਾਲੇ ਤੇ ਵੀ ਕੇਸ ਹੋ ਗਿਆ ਸੀ, ਉਹਨੇ ਮੁਆਫੀ ਮੰਗੀ। ਫਿਰ ਮੈਂ ਇਹਨਾਂ ਨੇ ਕਿਹਾ, ਫਿਰ ਇਹਨੇ ਪਤਾ ਜੀ ਕੀ ਕਿਸਾ ਕਹਿਤਾ ਜੀ, ਫਿਰ ਇਹਨੇ ਬਿਆਨ ਦਿੱਤੇ ਜੀ ਸਰਜੀਤ ਸਿੰਘ ਧੁੰਦੇ ਨੇ ਮਾਝੇ ਦੀ ਭਾਸ਼ਾ ਦੇ ਵਿੱਚ, ਮਾਝੇ ਦਲੇਰ ਲੋਕਾਂ ਦਾ ਇਲਾਕਾ ਜੀ, ਤੇ ਹਮੇਸ਼ਾ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਮਾਝਾ ਰੋਕਦਾ ਰਿਹਾ। ਇਹਨੇ ਉਸੇ ਭਾਸ਼ਾ ਦੇ ਵਿੱਚ, ਉਸ ਵਿੱਚ ਉਹ ਕਈ ਮੌਕੇ ਤੇ ਉਸ ਸ਼ੇਰ ਦੀ ਖੰਡ ਥੱਲੇ ਬੱਕਰੀ ਵੀ ਲੁਕੀ ਹੁੰਦੀ ਹੈ, ਸ਼ੇਰ ਦੀ ਖੰਡ ਤੇ ਕੋਈ ਹੋਰ ਜਾਨਵਰ ਵੀ ਲੁਕਿਆ ਹੁੰਦਾ। ਇਹ ਉਸੇ ਮਾਝੇ ਥੋੜੇ ਜਿਹੇ ਮਾਰਤੀ ਦਲੇਰੀ ਨਾਲ ਵੀ ਕਹਿੰਦਾ ਮੇਰੇ ਤੇ ਇੱਕ ਦੇ 10 ਕੇਸ ਕਰੋ, ਮੇਰੇ ਵੀਰਾਂ ਨੂੰ ਲੈਤਾ। ਮੈਂ ਤਾਂ ਅਮਰੀਕਾ ਬੈਠਾ ਸੀ, ਮੇਰੀ ਫੋਟੋ ਦਿਖਾਉਂਦਾ ਵੀ ਇੱਕ ਅਮਰੀਕਾ 'ਚ ਬੈਠਾ ਧਮਕੀ ਦਿੰਦਾ, ਮੈਂ ਵੀ ਮੇਰੇ 10 ਕੇਸ ਕਰੋ, ਪਰ ਮੈਂ ਤਾਂ ਕੇਸ ਕਰ ਨਹੀਂ ਸਕਦਾ ਜੀ ਭਾਈ ਸਾਹਿਬ, ਮੈਂ ਤਾਂ ਅਮਰੀਕਨ ਸਿਟੀਜ਼ਨ ਹਾਂ, ਇੰਗਲੈਂਡ ਦਾ ਸਿਟੀਜ਼ਨ ਹਾਂ।
ਭਾਈ ਮੈਂ ਤਾਂ ਸਾਹਿਬ ਕੇਸ ਫਾਈਲ ਤੇ ਮੈਂ ਹਾਂਜੀ ਚੁੱਪ ਕਰਕੇ ਜੀ ਮੈਂ ਕਿਹਾ ਚਲੋ ਜੀ ਰੱਬ ਜੀ ਦਾ ਜੀ ਭਾਣਾ ਦੇਖੋ ਕੀ ਹੁੰਦਾ। ਹਾਂਜੀ ਭਾਈ ਭਾਈ ਸਾਹਿਬ ਸਾਹਿਬ ਮੈਂ ਇੱਕ ਮਿੰਟ eventually ਕੀ ਹੋਇਆ ਜੀ ਕਿਸੇ ਬੰਦਿਆਂ ਨੇ ਹਾਂਜੀ ਵੀ ਉੱਥੋਂ ਇਹਦੇ ਤੇ 10 ਕੇਸ ਜੀ ਨੇ ਡਿਮਾਂਡ ਕੀਤੀ ਸੀ, ਕਹਿੰਦਾ ਮੇਰੇ ਤੇ 10 ਕਰੋ। ਜੀ ਪਰ ਸ਼ੁਕਰ ਹੈ ਇਹਨੇ 10 ਹੀ ਕਿਹਾ ਸੀ, 25 ਨਹੀਂ ਸੀ ਕਹਤੇ। ਇਹ ਜਿਹੜੇ 10 ਕੇਸ ਹੀ ਰਜਿਸਟਰ ਹੋ ਗਏ। ਜੀ 10 ਜੀ ਕੇਸ ਰਜਿਸਟਰ ਦਾ ਮਤਲਬ ਕਿ ਉੱਥੇ ਹਾਈ ਕੋਰਟ ਦੇ ਵਿੱਚ ਹੋ ਗਏ ਜੀ। ਤੇ ਇਹ 295 ਆਈਪੀਸੀ ਅੰਡਰ ਦੀ ਸਾਈਬਰ ਲਾ ਇਹ ਹੋਇਆ ਜੀ। ਇਹਦੇ ਵਿੱਚ ਨਾ ਜੀ ਨਾਨ ਕੰਪਾਊਂਡੇਬਲ ਆਫੈਂਸ ਆ ਜੀ। ਇਹ ਨਾਨ ਕੰਪਾਊਂਡੇਬਲ ਆਫੈਂਸ ਉਹਦਾ ਮਤਲਬ ਇਹ ਜੀ ਨੋ ਕੰਪਰੋਮਾਈਜ਼ ਨੋ ਪਾਰਡਨ, ਜੀ ਕੋਈ ਮਾਫੀ ਨਹੀਂ, ਕੋਈ ਸਮਝੌਤਾ ਨਹੀਂ ਹੋਣਾ। ਤੇ ਫਿਰ ਪਟੀਸ਼ਨ ਫਾਈਲ ਕੀਤੀ ਗਈ ਹੈ ਜੀ। ਪਟੀਸ਼ਨ ਅੰਡਰ 482 ਤੇ ਹੈਜ਼ ਬੀਨ ਫਾਈਲਡ ਇਨ ਉੱਥੇ ਆਪਣਾ ਉਹਦੇ ਥਰੂ ਨਾ ਜੀ ਇਹਨੇ ਫਿਰ ਹੁਣ ਡੀਜੀਪੀ ਪੰਜਾਬ ਨੂੰ ਇੰਸਟਰਕਸ਼ਨਾਂ ਦਿੱਤੀਆਂ ਵੀ ਇਹ ਕੇਸ ਵੀ ਜਿਹੜੇ ਕੀਤੇ ਕੁਲਦੀਪ ਸਿੰਘ ਮੁੰਡੇ ਨੇ ਕੀਤੇ ਕਿਸੇ ਨੇ ਟਰਾਂਸਪੋਰਟਰ ਹੈ, ਇੰਨਾ ਪਤਾ ਲੱਗਿਆ। ਟਰਾਂਸਪੋਰਟਰ ਮੈਨੂੰ ਇਹ ਨਹੀਂ ਪਤਾ ਵੀ ਕਿੱਥੇ ਰਹਿੰਦੇ ਆ ਕਿੱਥੇ ਨਹੀਂ, ਪਰ ਟਰਾਂਸਪੋਰਟਰ ਇੰਨਾ ਪਤਾ ਲੱਗਿਆ ਵੀ ਸ਼ਾਇਦ ਚੰਡੀਗੜ੍ਹ ਦੇ ਇਲਾਕੇ ਦੇ ਜਾਂ ਫਤਿਹਗੜ੍ਹ ਸਾਹਿਬ ਦੇ ਕਿਤੇ ਦੇ ਉੱਥੇ ਉਹਨਾਂ ਦੇ ਕੇਸ ਕੀਤੇ ਆ ਜੀ। ਤੇ ਵੀ ਕੇਸ ਸਾਰੇ ਕੀਤੇ ਫਿਰ ਜੀ ਇਹ ਉਹ ਹੁਣ ਇਹਨਾਂ ਡੀਜੀਪੀ ਪੰਜਾਬ ਨੂੰ ਕਿਹਾ, ਸਖਤੀ ਨਾਲ ਕਿਹਾ ਜੀ ਪੋਜ਼ਿਟਿਵਲੀ ਆਨਸਰ ਦਿਓ। 4 ਵੀਕਸ ਦਾ ਦਿੱਤਾ ਵੀ ਜੇ ਤੁਸੀਂ ਨਾ ਕਿਹਾ ਵੀ ਦਿੱਤਾ ਵੀ ਫਿਰ ਡੀਜੀ ਤੇ ਵੀ ਐਕਸ਼ਨ ਹੋਣਾ। ਪੰਜਾਬ ਪੁਲਿਸ ਘਬਰਾਈ ਫਿਰਦੀ ਹੈ ਤੇ ਵੀ ਇਹਨੂੰ ਵੀ ਹੁਣ ਇਹਨੂੰ ਬਰੰਟ ਹੋਏ ਨੇ 10 ਕੇਸਾਂ 'ਚ। ਦੇਖੋ ਜੀ ਦੀ offence committed under section 295A is a non-bailable and non-compoundable offence. Further, non-compoundable offence means an offence which cannot be settled or pardoned by the affected party of the victim. ਇਹ ਨਹੀਂ ਹੋ ਸਕਦਾ। 295A deliberate and malicious act intended to outrage a religious feeling or any class by insulting or its religion or religious belief ਵੀ ਉਹਦੇ ਅੰਡਰ ਇਹ ਕੇਸ ਹੋਇਆ ਜੀ। ਇਹ ਕੇਸ ਹੋਏ 10 ਕੇਸ ਹੋ ਗਏ ਜੀ। ਇਹ 5 ਕੇਸ ਆਲਰੇਡੀ ਫਾਈਲ ਹੋ ਗਏ, 2 ਕੇਸ ਸੋਮਵਾਰ ਜਾਂ ਮੰਗਲਵਾਰ ਨੂੰ ਹੋ ਰਹੇ, 7 ਕੇਸ 3 ਕੇਸ ਹੋ ਰਹੇ ਆ ਵੀ 10 ਕੇਸ ਉਹ ਕਹਿੰਦੇ ਅਸੀਂ ਕਰਨੇ ਹੀ ਕਰਨੇ ਆ ਜੀ। ਮੇਰੇ ਵਕੀਲ ਸਾਹਿਬ ਨਾਲ ਗੱਲ ਹੋਈ ਆ ਵੀ ਉੱਥੋਂ ਪਤਾ ਕਰਕੇ ਮੁੰਡੇ ਮੈਂ ਭੇਜੇ ਸੀ, ਮੈਂ ਕਿਹਾ ਸਾਰਾ ਕੁਝ। ਤੇ ਇਹਦੀ ਵੱਡੀ ਗੱਲ ਇਹ ਆ, ਹੁਣ ਤੁਸੀਂ ਸਵਾਲ ਇੱਕ ਕਰੋਗੇ ਵੀ ਇਹ ਸੁਣਨੇ ਕੋਲ ਵੀ ਜੇ ਵੀ ਤੁਸੀਂ ਇਨਵੋਲਵ ਨਹੀਂ ਸੀ, ਮੈਂ ਇਨਵੋਲਵ ਨਹੀਂ ਸੀ, ਮੇਰੇ ਕੋਲ ਇਨਫੋਰਮੇਸ਼ਨ ਕਿੱਥੋਂ ਆਈ? ਇਹ ਜੀ ਭਾਈ ਸਾਹਿਬ ਇਹ ਆਨਲਾਈਨ ਆਪਣਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਨਲਾਈਨ ਇਹ ਪਾ ਚੁੱਕੇ ਆ ਜੀ। ਉਹ 'ਚ ਕੋਈ ਬੰਦਾ ਦੇਖ ਸਕਦਾ, ਕੋਈ ਕੇਸ ਫਾਈਲ ਹੁੰਦਾ ਕੋਈ ਵੀ ਦੇਖ ਸਕਦਾ। ਇਹ ਉੱਥੇ ਹੋਇਆ ਹੈ ਜੀ। ਫਿਰ ਮੈਂ ਰੀਕਨਫਰਮ ਕੀਤਾ, ਬੰਦੇ ਭੇਜ ਕੇ ਕੀਤਾ, ਸਾਰਾ ਕੁਛ ਆ ਹੋਇਆ ਜੀ। ਹਾਂਜੀ ਹਾਂਜੀ ਬਿਲਕੁਲ। ਜਿਹੜੀ ਤੁਸੀਂ ਇੱਕ ਸਾਈਟ ਦੱਸੀ ਉਹਦਾ ਦੁਬਾਰਾ ਫਿਰ ਦੱਸ ਦਿਓ, ਕਿਉਂਕਿ ਇਹ ਜ਼ਰੂਰ ਸੀ। ਮੇਰਾ ਵੀ ਪਹਿਲਾਂ ਮੈਂ ਇਹੋ ਕੁਐਸਚਨ ਪੁੱਛਣਾ ਚਾਹੁੰਦਾ ਸੀ ਵੀ ਆਪਾਂ ਦੱਸੀ ਜਾਂਦੇ ਹਾਂ, ਪਰ ਜੇਕਰ ਇਹਦਾ ਕੋਈ ਪ੍ਰੂਫ ਕਿਸੇ ਨੇ ਵੇਖਣਾ ਹੋਵੇ ਤੇ ਉਹ ਕਿਹੜੀ ਸਾਈਟ ਤੇ ਜਾ ਕਰਕੇ ਦੁਬਾਰਾ ਇੱਕ ਵਾਰ ਫਿਰ ਜ਼ਰੂਰ ਦੱਸਿਓ ਜੀ, ਤੇ ਉਹ ਕਿੱਥੇ ਵੇਖ ਸਕਦਾ। ਤੇ ਕਿਉਂਕਿ ਜਿਹੜੀ ਤੁਹਾਡੀ ਵੀਡੀਓ ਮੈਂ ਪਹਿਲਾਂ ਵੀ ਵੇਖੀ ਸੀ ਉਹਦੇ ਵਿੱਚ ਅਜੇ ਆਪਾਂ ਕੋਈ ਪ੍ਰੂਫ ਨਹੀਂ ਦਿਖਾਲੇ, ਪਰ ਜੇ ਕੋਈ ਹੁਣ ਇਸ ਪ੍ਰੋਗਰਾਮ ਨੂੰ ਵੀ ਸੁਣੂਗਾ ਉਹ ਸ਼ਾਇਦ ਕਹੇ ਬਈ ਇਹ ਗੱਪਾਂ ਹੀ ਮਾਰਦੇ ਹੋਣ ਜਾਂ ਵੈਸੇ ਵੀ ਜਿਸ ਤਰ੍ਹਾਂ, ਤੇ ਉਹ ਕਿਹੜੀ ਸਾਈਟ ਦੇ ਉੱਪਰ ਜਾ ਕੇ ਦੇਖ ਸਕਦਾ, ਉਹ ਜ਼ਰੂਰ ਸਾਈਟ ਦਾ ਨਾਮ ਦੱਸਿਓ ਜੀ। ਜੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੈਬਸਾਈਟ ਜੀ ਆਨਲਾਈਨ ਹੈਗੀ ਆ, ਉਹਦੇ 'ਚ ਜਾ ਕੇ ਨਾ ਕੋਈ ਬੰਦਾ ਵੀ ਚੈੱਕ ਕਰ ਸਕਦਾ। ਵੀ ਮੈਂ ਤਾਂ ਹੀ ਬੋਲਿਆ ਜੀ, ਮੈਂ ਪੁੱਛ ਕੇ ਵੀ ਉਹ ਜਦੋਂ ਤੱਕ ਵੀ ਉੱਥੇ ਉਹਦਾ ਪਾਈ ਨਹੀਂ ਸੀ ਆਪਾਂ ਕਹਿ ਨਹੀਂ ਸਕਦੇ। ਮੈਂ ਪਹਿਲਾਂ ਤੁਹਾਡੇ ਨਾਲ ਇੰਟਰਵਿਊ ਦੇ ਰਿਹਾ ਜੀ, ਮੈਂ ਤਾਂ ਦੇ ਰਿਹਾ ਕਿਉਂਕਿ ਉੱਥੇ ਆਲਰੇਡੀ ਚੜ ਚੁੱਕੀ ਹੈ ਜੀ। ਠੀਕ ਹੈ ਵੀ ਇਹ ਚੀਜ਼ ਸਾਰੇ ਬੰਦੇ ਦੇਖ ਸਕਦੇ। ਤੇ ਫਿਰ ਹੁਣ ਉਸ ਤੋਂ ਇਲਾਵਾ ਜੀ ਭਾਈ ਸਾਹਿਬ ਹੋਰ ਮੈਂ ਇੱਕ ਬੇਨਤੀ ਹੋਰ ਕਰਨੀ ਸੀ ਜੀ। ਮੈਂ ਜੱਜਾਂ ਦੇ ਨਾਂ ਵੀ ਦੱਸਦਾ, ਸਭ ਕੁਝ ਦੱਸਦੇ। ਤੇ ਹੁਣ ਜੀ ਨਾਨਕਸਰੋਂ 28 ਅਕਤੂਬਰ ਨੂੰ ਧੰਨ ਬਾਬਾ ਨੰਦ ਸਿੰਘ ਜੀ ਦੀ ਬਰਸੀ ਆ ਰਹੀ ਆ, ਤੇ 7 ਅਕਤੂਬਰ ਨੂੰ ਧੰਨ ਬਾਬਾ ਈਸ਼ਰ ਸਿੰਘ ਜੀ ਦੀ ਬਰਸੀ ਆ ਰਹੀ ਆ। ਇਹਨਾਂ ਬਰਸੀਆਂ ਦੇ ਉੱਤੇ 50,000 ਤੋਂ 1 ਲੱਖ ਬੰਦਾ ਦਸਤਖਤ ਕਰ ਰਿਹਾ, ਸਾਈਨ ਕਰ ਰਿਹਾ। ਸਾਈਨ ਕਰਕੇ ਹਾਈ ਕੋਰਟ 'ਚ ਦੇਣਾ ਵੀ ਇਹ ਬੰਦੇ ਦੇ ਵੀ ਜਿਵੇਂ ਦੱਸਿਆ ਸਾਨੂੰ ਵੀ ਰਿਲੀਜੀਅਸ ਫੀਲਿੰਗਸ ਹਲਟ ਕੀਤੀਆਂ ਹਨ, ਉਹਦੇ ਮੁਤਾਬਕ ਬੰਦੇ ਨੂੰ ਵੱਧ ਤੋਂ ਵੱਧ ਵੀ ਸਜ਼ਾ ਦਿੱਤੀ ਜਾਵੇ ਹਨ ਤੇ ਕੰਪਰੋਮਾਈਜ਼ ਹੋਇਆ। ਤੇ ਸਭ ਤੋਂ ਹਾਂਜੀ ਦੂਜੀ ਗੱਲ ਜਿਹੜੀ ਮੇਨ ਗੱਲ ਆ ਕਿ ਆਪਾਂ ਇਹ ਦੇਖਣਾ ਜੀ ਇਹਦੇ 'ਚ ਵੀ ਐਡਵਾਂਟੇਜ ਡਿਸਐਡਵਾਂਟੇਜ ਕੀ ਆ, ਲਾਭ ਕੀ ਆ, ਹਾਨ ਕੀ ਆ, ਵੀ ਫਾਇਦਾ ਕੀ ਆ, ਨੁਕਸਾਨ ਕੀ ਆ। ਇਹ ਚੀਜ਼ ਦੇਖੋ ਭਾਈ ਸਰਬਜੀਤ ਸਿੰਘ ਧੁੰਦਾ ਦਾ ਕੋਈ ਫਾਇਦਾ ਨਹੀਂ ਹੋ ਰਿਹਾ, ਇਸ 'ਚ ਕੋਈ ਫਾਇਦਾ ਨਹੀਂ ਹੋ ਰਿਹਾ। ਇਹਦਾ ਪਾਸਪੋਰਟ ਜ਼ਬਤ ਹੋਣ ਦੀ ਪਹਿਲੇ ਕੇਸ ਸੀ ਜੋ ਆਪਣਾ ਅਰਜੀ ਲਾਈ ਜਾਣੀ, ਇਹਦਾ ਪਾਸਪੋਰਟ ਸੀਜ਼ ਕੀਤਾ ਜਾਵੇ। ਪਾਸਪੋਰਟ ਸੀਜ਼ ਸਾਰੀ ਅੰਬੈਸੀਆਂ ਨੂੰ ਲੈਟਰ ਜਾਣੇ ਆ ਜੀ ਵੀ ਇਸ ਬੰਦੇ ਨੂੰ ਰੋਕਿਆ ਜਾਵੇ ਜਾਂ ਆਉਣ ਤੋਂ। ਜਿਹੜੇ ਹੁਣ ਜੱਜ ਦਾ ਸਵਾਲ ਹੈ, ਜੱਜ ਕੌਣ ਹੈ? ਜੱਜ ਵੀ ਅਪੁਆਇੰਟ ਹੋ ਚੁੱਕੇ। ਜੱਜ ਹੈਗੇ ਜੱਜ ਆਨਰੇਬਲ ਜੱਜ ਅਗਨੀਹੋਤਰੀ ਤੇ ਆਨਰੇਬਲ ਜੱਜ ਅਤੀਤ ਬਤਰਾ, ਇਹ ਵੀ ਜੱਜ ਹੋ ਗਏ ਜੀ ਇਹ ਸਾਰੇ। ਤੇ ਵੀ ਇਹ ਕੇਸ ਆ ਜੀ 20 ਸਾਲ 25 ਸਾਲ ਕੇਸ ਚੱਲੇ ਆ। ਤੇ ਬਾਕੀ ਦੇਖੋ ਤੁਸੀਂ ਇਹਦੇ 'ਚ ਦੂਜੀ ਗੱਲ ਸਜ਼ਾ ਦੀ ਗੱਲ ਹੈ ਜੀ।
ਤੇ ਸਜ਼ਾ ਪਹਿਲਾਂ ਸੀ 4 ਸਾਲ ਦੀ। 4 ਸਾਲ ਸੀਗੇ, 295 ਏਜ ਦੀ ਸਜ਼ਾ 4 ਸਾਲ ਸੀ। ਸੋ ਉਹਨੂੰ ਯਾਦ ਹੋਣਾ ਜਦੋਂ ਗੁਰੂ ਸਾਹਿਬ ਦੀ ਬੇਅਦਬੀ ਹੋਈ 4 ਸਾਲ ਪਹਿਲਾਂ ਜੀ 2015 ਚ 5 ਸਾਲ ਪਹਿਲਾਂ, ਉਸ ਮੌਕੇ ਪੰਜਾਬ ਅਸੈਂਬਲੀ ਚ ਮਤਾ ਪਾਸ ਕਰਕੇ ਸਜ਼ਾ 4 ਸਾਲ ਤੋਂ ਵਧਾ ਕੇ 10 ਸਾਲ ਕਰ ਦਿੱਤੀ ਗਈ ਸੀ। ਹੁਣ ਜੀ ਅਮੈਂਡਡ ਜਿਹੜੀ ਸਜ਼ਾ ਨਾ ਉਹ 10 ਸਾਲ ਦੀ ਆ, ਇਹ ਵੀ 10 ਸਾਲ ਦੀ ਸਜ਼ਾ ਵਾ। ਭਾਈ ਸਰਬਜੀਤ ਸਿੰਘ ਦੇ 10 ਕੇਸ ਹੋਇਆ, ਇਕੱਲੇ ਕੇਸ ਜਿਹੜੇ ਆ। ਹੁਣ ਤੁਹਾਡਾ ਇੱਕ ਸਵਾਲ ਤੁਸੀਂ ਹੋਰ ਸ਼ਾਇਦ ਪੁੱਛਣਾ ਉਹ ਜੀ ਭੁੱਲ ਗਏ, ਤੇ ਵੀ ਇਹ ਜਿਹੜੇ ਕੇਸ ਆ 10 ਅੱਡੋ ਅੱਡ ਚੱਲਣਗੇ ਜਾਂ ਇਕੱਠੇ ਚੱਲਣਗੇ? ਹਨਾ ਜੀ, ਮੇਰੇ ਕੋਲ ਤੁਸੀਂ ਪੁੱਛਣਾ ਸੀ ਹਨਾ। ਇਹ ਸਾਰੇ ਕੇਸ ਭਾਈ ਸਾਹਿਬ ਅੱਡੋ ਅੱਡ ਚੱਲਣਗੇ। ਇਹ ਕਿਉਂਕਿ ਜਿਹੜਾ ਸਿੱਖਾਂ ਦੇ ਧਰਮ ਬਾਰੇ ਬੋਲਿਆ ਹੋਇਆ ਵੀ ਆਪਣਾ ਹਰਿਮੰਦਰ ਸਾਹਿਬ ਬੋਲਿਆ, ਆਪਣਾ ਜਿੰਨੇ ਵੀ ਨਾ ਆਪਣਾ ਸਰੋਵਰਾਂ ਦੇ ਬੋਲਿਆ, ਬਾਬਾ ਬੁੱਢਾ ਜੀ ਬੋਲਿਆ ਹੋਇਆ, ਤੇ ਆਪਣਾ ਭੋਰਾ ਸਾਹਿਬ ਨੇ ਬੋਲਿਆ, ਸਾਰੇ ਕੇਸ ਅੱਡੋ ਅੱਡ ਲੱਗਣੇ। 15 ਵਾਰੀ ਇਹਦੇ ਕੇਸ ਜੱਜਾਂ ਨੇ ਇਹ ਸੁਣਿਆ ਜੀ, ਤੇ ਵੀ ਸੁਣ ਕੇ ਇਹਦੀ ਵੀਡੀਓ ਫੇਰ ਕੇਸ ਹੋਇਆ ਜੀ ਜੀ ਜੀ। ਤੇ ਬਾਕੀ ਨਾ ਜੀ ਜਿਹੜਾ ਸੀਗਾ ਆਪਣਾ ਸਰਕਾਰੀ ਵਕੀਲ, ਉਹ ਇੰਨਾ ਮੈਡ ਹੋ ਗਿਆ ਜੀ। ਉਹ ਜੱਜ ਆਪਣੇ ਵਕੀਲ ਨੂੰ ਕਹਿੰਦਾ ਵੀ ਮੈਂ ਹੈਰਾਨ ਆ, ਤੁਸੀਂ ਇੰਨੇ ਕੇਸ ਕਰਤੇ ਬੰਦੇ ਦੇ। ਕਹਿੰਦਾ ਮੈਂ ਸਾਰੀ ਰਾਤ ਸੌ ਨਹੀਂ ਸਕਿਆ, ਮੈਂ ਇਹ 'ਚ ਹੀ ਲੱਗਿਆ ਰਿਹਾ ਵੀ ਕਿਵੇਂ ਵੀ ਉਹਨਾਂ ਤਿਆਰ ਕਰਨਾ ਹੁੰਦਾ ਜੀ ਸਾਰਾ, ਵੀ ਕਿਵੇਂ ਵੀ ਕਰਨੇ ਵੀ ਕਿਵੇਂ ਆ। ਤੇ ਹੁਣ ਹਾਂਜੀ ਦੱਸੋ ਜੀ, ਹੁਕਮ। ਜੀ ਮੈਂ ਇੱਕ ਗੱਲ ਕਰਨਾ ਚਾਹੁੰਦਾ ਸੀ ਵੀ ਕੀ ਸਰਬਜੀਤ ਸਿੰਘ ਉਹਨਾਂ ਨੂੰ ਸਮਨ ਭੇਜ ਦਿੱਤੇ ਗਏ ਜਾਂ ਅਜੇ ਨਹੀਂ, ਕਿਵੇਂ? ਉਹਨਾਂ ਬਾਰੇ ਵੀ ਜ਼ਰੂਰ ਦੱਸੋ ਵੀ ਉਹਨਾਂ ਨੂੰ ਉਹਦੇ ਬਾਰੇ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਜਾਂ ਨਹੀਂ, ਕਿਵੇਂ? ਹਾਂਜੀ ਉਹ ਵੀ ਦੱਸਦਾ ਜੀ। ਹਾਂਜੀ ਦੇਖੋ ਜੀ, ਜਿਹੜੇ ਸਮਨ ਦੇ ਪ੍ਰਕਿਰਿਆ ਜੀ ਜੇ ਤਾਂ ਹੁਣ ਜਿਵੇਂ ਆਪਣੇ ਲੋਕਲ ਕੋਰਟਸ ਵਿੱਚ ਕੇਸ ਲੱਗਦੇ ਹੁੰਦੇ ਆ, ਜਾਂ ਅੱਖਾਂ ਦੇ ਲੱਗ ਗਿਆ, ਮੈਂ ਆਪਦੇ ਇਲਾਕੇ ਦੱਸਦਾ, ਜਗਰਾਉਣ ਲੱਗ ਗਿਆ, ਦਸੂਹੇ ਲੱਗ ਗਿਆ, ਜਾਂ ਹੋਰ ਇੱਧਰ ਆਮ ਜਿਹੜੇ ਲੱਗਦੇ ਕੇਸ, ਇੱਕ ਤਾਂ ਲੋਕਲ ਕੋਰਟਸ ਹੁੰਦੀਆਂ, ਤਾਂ ਉਸ ਤੋਂ ਇਲਾਵਾ ਡਿਸਟ੍ਰਿਕਟ ਕੋਰਟਸ ਆ ਜੀ, ਉਹਨਾਂ ਕਹਿੰਦੇ ਸੈਸ਼ਨ ਕੋਰਟਸ ਹੁੰਦੀਆਂ। ਇਹਨਾਂ 'ਚ ਜਿਹੜੇ ਸਮਨ ਆ ਜੀ, ਉਹ ਇਹ ਸਮਨ ਆਪ ਡਿਲੀਵਰ ਕਰਾਉਣੇ ਪੈਂਦੇ ਜੀ, ਆਪ ਡਿਲੀਵਰ ਕਰਾਉਣੇ ਪੈਂਦੇ ਆ। ਜਿਹੜੀ ਹਾਈ ਕੋਰਟ ਵੱਲੋਂ ਸਮਨ ਜਾਂਦੇ ਹੁੰਦੇ ਆ, ਹਾਈ ਕੋਰਟ ਹੁਕਮ ਕਰਦੀ ਹੈ ਜੀ ਪੰਜਾਬ ਗੌਰਮੈਂਟ ਨੂੰ, ਤੇ ਪੰਜਾਬ DGP ਨੂੰ ਹੁਕਮ ਕੀਤਾ ਪੁਲਿਸ ਨੂੰ, ਤੇ ਵੀ ਉਹ ਵੀ ਕਿ ਵੀ ਤੁਸੀਂ ਸਮਨ ਡਿਲੀਵਰ ਆਪ ਕਰਨੇ ਆ, ਬੰਦਾ ਅਰੈਸਟ ਕਰੋ, ਕੀ ਕਰੋ ਵੀ ਆਪ ਕਰੋ। ਕਿਉਂਕਿ ਨਾ 3 ਮਹੀਨੇ ਪਹਿਲਾਂ ਜੀ ਇਹਦੀ ਇਨਕੁਆਇਰੀ DGP ਪੰਜਾਬ ਦੇ ਆਪ ਮਾਰਕ ਕਰਕੇ ਪੁਲਿਸ ਕਮਿਸ਼ਨ ਲੁਧਿਆਣੇ ਨੂੰ ਭੇਜੀ ਸੀ। ਤੇ ਰੱਬ ਹੀ ਜਾਣੇ ਕੀ ਹੋਇਆ ਜੀ, ਇਨਕੁਆਇਰੀ ਜਿਹੜੀ ਆ ਉਹ ਕਿਸੇ ਨੇ ਜਾਂ ਇਹਨਾਂ ਨੇ ਕਿਸੇ ਦੇ ਬੰਦੇ ਨੇ ਪੈਸੇ ਦੇ ਕੇ ਰੋਕ ਲਈ, ਜਾਂ ਕੀ ਕੀਤਾ, ਰੱਬ ਹੀ ਜਾਣੇ ਕੀ ਗੱਲ ਹੋਈ ਆ। ਫਿਰ ਕਾਨੂੰਨ ਇਹ ਕਹਿੰਦਾ ਵੀ ਜੇ 90 ਦਿਨ ਦੇ 30 ਦਿਨ ਦੇ ਵਿੱਚ ਇਨਕੁਆਇਰੀ ਨਹੀਂ ਜਾਂਦੀ, ਉਹਦੀ ਰਿਪੋਰਟ ਨਹੀਂ ਜਾਂਦੀ, ਫਿਰ ਉਹ ਬੰਦਾ ਹਾਈ ਕੋਰਟ ਦੇ ਵਿੱਚ ਰਿਟ ਕਰ ਸਕਦਾ ਵੀ ਆ ਭੇਜੀ ਸੀ DGP ਨੇ ਸਾਈਨ ਕੀਤੇ ਸੀ ਵੀ ਉਹ ਵੀ ਪਹੁੰਚੇ। ਇਹ ਵੀ ਗੱਲ ਵੀ ਸਾਨੂੰ ਫਿਰ DGP ਮੈਂ ਆਪਣੇ ਕੀ ਹਾਈ ਕੋਰਟ ਜਿਹੜੀ ਮੈਡ ਹੋਈ ਸੀ ਪੁਲਿਸ ਤੇ, ਉਹਨਾਂ ਨੇ ਫਿਰ ਹੁਣ ਸਪੈਸ਼ਲ ਆਰਡਰ ਦਿੱਤੇ ਆ, ਫਾਈਨਲ ਨੋਟਿਸ ਦਿੱਤਾ ਜੀ ਆਪਣਾ ਪੁਲਿਸ ਨੂੰ। ਉਹ ਬਹੁਤ ਵੱਡੀ ਗੱਲ, ਹੁਣ ਇਹਨਾਂ ਨੇ ਆਪੇ ਡਿਲੀਵਰ ਕਰਨਾ, ਆਪੇ ਇਹਨੂੰ ਚੱਕਣਾ। ਤੇ ਪੁਲਿਸ ਜਗਰਾਉਂ ਵਾਲੀ ਵੀ ਘਬਰਾਈ ਫਿਰਦੀ ਆ, ਲੁਧਿਆਣੇ ਵੀ ਘਬਰਾਈ ਫਿਰਦੀ ਆ ਵੀ ਉਹ ਵੀ ਕੇਸ ਕੀ ਹੋ ਗਏ, ਵੀ ਕਿੱਥੇ ਆ ਬੰਦਾ। ਇਹ ਹੁਣ ਤਾਂ ਇਹਨਾਂ ਨੇ ਆਪਾਂ ਨੂੰ ਪਤਾ ਨਹੀਂ ਲੱਗਣਾ ਵੀ ਇਹਨਾਂ ਦੇ ਕੀ ਸਵਾਲ, ਇਹ ਤਾਂ ਜਾਂ ਪੁਲਿਸ ਜਾਣਦੀ ਹੈ ਜਾਂ ਹਾਈ ਕੋਰਟ ਜਾਣਦੀ ਹੈ ਇਹਨਾਂ ਦੇ ਗੱਲ। ਤੇ ਇੱਕ ਮੈਂ ਹੋਰ ਬੇਨਤੀ ਕਰਨੀ ਚਾਹੁੰਦਾ ਸੀ ਭਾਈ ਸਾਹਿਬ। ਜੀ ਜ਼ਰੂਰ ਜੀ। ਇੱਕ ਇਹਨਾਂ ਦਾ ਜੀ ਇੱਕ ਪ੍ਰੋਗਰਾਮ ਆ, ਮੈਨੂੰ ਅੱਜ ਹੀ ਕਿਸੇ ਨੇ ਦੱਸਿਆ ਜੀ, ਉਹ ਆਪਣਾ ਹੈਗਾ ਸਿੰਘ ਨਾਦ ਸਮਥਿੰਗ ਪ੍ਰੋਗਰਾਮ ਆ ਜੀ। ਉਹ ਜੀ ਮੂਰਖ ਬੰਦੇ ਆ ਵੀ ਦੇਖੋ ਸਾਰੇ, ਉਹ ਬੈਠਾ ਜੀ, ਉਹ ਕਾਲੀ ਦਾੜੀ ਆ, ਕੁਲੀ ਛੱਡੀ ਆ, ਨਿੰਦਕ ਬੰਦੇ ਆ। ਉਹ ਹਰੇਕ ਗੱਲ 'ਚ ਕਰਦਾ, ਹਰੇਕ ਗੱਲ 'ਚ ਜੇ ਕਰਦਾ ਉਹ ਮਤਲਬ ਇਹ ਆ, ਉਹ ਨਿੰਦਿਆ ਕਰਦੇ ਆ, ਨਾ ਕੋਈ ਗੱਲ ਨਾ ਕੋਈ ਬਾਤ ਉਹਨਾਂ ਦੀ। ਉਹ ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਦਾ ਕੇਸ ਆ ਜੀ, ਉਹ ਆਪਣਾ ਚੈਨਲ ਇੰਗਲੈਂਡ ਦੇ ਉਹ ਟਾਈਗਰ ਜਿੱਥੇ ਆਏ ਉਹਨਾਂ ਦੇ, ਤੇ ਇੰਗਲੈਂਡ ਇੱਥੇ ਅਮਰੀਕਾ ਦੇ ਕੋਈ ਲੰਮੀ ਦਾੜੀ ਵਾਲਾ ਮੈਂ ਕਹੂੰਗਾ, ਮੈਂ ਦਾੜੀ ਕਿਸ ਤਰ੍ਹਾਂ ਨਹੀਂ ਮੈਂ ਬੇਇੱਜ਼ਤੀ ਕਰਦਾ, ਪਰ ਉਸ ਬੰਦੇ ਨੂੰ ਮੈਂ ਖਾਸ ਕਰਕੇ ਕਹਿਣਾ ਪੈਣਾ, ਲੰਮੀ ਦਾੜੀ ਦਾ ਕੇਸ ਕਰ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ, ਤੁਸੀਂ ਸਮਝੋਗੇ। ਉਹ ਬੰਦਾ ਜੀ ਉਹ ਚਲਾ ਰਹੇ ਆ, ਉਹ ਨਿੰਦਕ ਬੰਦੇ ਆ, ਮਹਾ ਨਿੰਦਕ ਆਈ ਜਾਪ ਸਾਹਿਬ ਤੋਂ ਅੰਮ੍ਰਿਤਸਰ ਸਵਈਆਂ ਦੇ ਸਭ ਤੋਂ ਇੱਕ ਨਿੰਦਕ ਆ ਉਹ ਬੰਦੇ ਦਾ, ਧੁੰਦੇ ਦੇ ਪ੍ਰਚਾਰ ਮੇਨ ਬੰਦੇ ਆ ਉਹ ਕਰਦੇ ਆ ਜੀ ਉਹਨਾਂ ਦੇ ਵਿੱਚ। ਵੀ ਹੁਣ ਇਹ ਫਿਰ ਇਹਨੇ ਕਿਹਾ ਜੀ, ਜੇ ਮੈਂ ਹਾਂਜੀ ਮੈਂ ਉਹਨਾਂ ਮੇਰੇ ਨਾਲ ਵੀ ਗੱਲ ਹੋਈ ਸੀ ਉਹਨਾਂ ਦੇ ਪਿੱਛੇ ਜਿਹਾ, ਮੈਂ ਉਹਨੇ ਕਿਹਾ ਮੈਂ ਜਗਰਾਉਂ ਦਾ, ਮੈਂ ਜਗਰਾਉਂ ਇਲਾਕੇ ਦਾ ਮੈਂ, ਤੇ ਸਾਡੇ ਕੋਲ ਸਾਰੀ ਜਗਰਾਉਂ ਡਰਦੀ ਹੁੰਦੀ ਸੀ ਮੇਰੇ ਪਿਤਾ ਜੀ ਕੋਲ ਪੰਜਾਬੀ ਸੂਬੇ ਵੇਲੇ। ਮੈਂ ਕਿਹਾ ਤੂੰ ਤੇ ਦਰਸ਼ਨ ਰਾਗੀ ਵੀ ਜਗਰਾਉਂ ਦਾ, ਮੈਂ ਕਿਹਾ ਦਰਸ਼ਨ ਰਾਗੀ ਦੀ ਭੈਣ ਸੁਰਿੰਦਰ ਮੇਰੇ ਡੈਡੀ ਕੋਲ ਪੜ੍ਹਦੀ ਰਹੀ ਆ। ਦਰਸ਼ਨ ਰਾਗੀ ਦਾ ਜਿਹੜਾ ਆਪ ਇਹ ਡਾਕਟਰ ਕੁਲਵੰਤ ਸਿੰਘ ਦੀ ਨੌਕਰੀ ਕਰਦਾ ਰਿਹਾ। ਮੈਂ ਕਿਹਾ 1977 ਚ ਕਿਉਂ ਭੱਜਿਆ ਸੀ ਇੰਗਲੈਂਡ ਤੋਂ, ਇਹ ਇੰਡੀਆ ਤੋਂ ਭੱਜ ਕੇ ਇੰਗਲੈਂਡ ਆਇਆ ਸੀ, ਮੈਨੂੰ ਸਭ ਪਤਾ। ਮੈਂ ਕਿਹਾ ਜਿੱਦਣ ਮੈਂ ਖੋਲਤੀਆਂ ਨਾ ਦਰਸ਼ਨ ਰਾਗੀ ਦੀਆਂ ਪੜ੍ਹਤਾਂ, ਤੁਹਾਡੇ ਸਾਰੇ ਮਿਸ਼ਨਰੀ ਵਾਲੇ ਤੁਸੀਂ ਹੈਰਾਨ ਹੋ ਜਾਓਗੇ ਕੀ ਗੱਲਾਂ ਹੁੰਦੀਆਂ।
ਮੈਂ ਕਿਹਾ ਤੁਸੀਂ, ਮੈਂ ਬੋਲਣਾ ਨਹੀਂ ਚਾਹੁੰਦਾ ਪਰ ਤੁਸੀਂ ਮੈਨੂੰ ਬੁਲਾਉਣਾ, ਪਰ ਮੈਂ ਹੁਣ ਤੁਹਾਡੇ ਮਾਧਿਅਮ ਤੇ ਤੁਹਾਡੇ ਰੇਡੀਓ ਤੇ ਮੈਂ ਸਭ ਕੁਝ ਦੱਸੂਗਾ ਜੀ ਦਰਸ਼ਨ ਰਾਗੀ ਹੈ। ਫਿਰ ਮੈਂ ਜੀ ਹੁਣ ਬੇਨਤੀ ਇਹ ਸੀਗੀ, ਮੇਰਾ ਮਿਸ਼ਨ ਇਹ ਨਾ ਕੋਈ ਨਹੀਂ, ਸਿੱਖੀ ਇਹ ਆ, ਸਿੱਖੀ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਵੀ ਇਹ ਵੀ ਮਿਸ਼ਨਰੀ ਵੀ ਸਾਡੇ ਹੀ ਭਰਾ ਵਾ, ਪਰ ਜੇ ਸਿੱਧੇ ਤਰ੍ਹਾਂ ਚੱਲਣ। ਹੁਣ ਮੈਂ ਇਹਨੂੰ ਸਰਜੀਤ ਨੂੰ ਮੈਂ ਪਹਿਲਾਂ ਕਿਹਾ, ਮੈਂ ਕਿਹਾ ਤੂੰ ਸਿੱਖ ਟਕਸਾਲਾਂ ਦੇ ਬੋਲਦਾ ਵੀ ਆਪਣਾ ਦਮਦਮੀ ਟਕਸਾਲ ਨੂੰ, ਨਾਨਕਸਰ ਨੂੰ ਤੂੰ ਵੀ ਟਾਰਗੇਟ ਰੱਖਦਾ ਮੇਨ, ਵੀ ਉਹਨਾਂ ਦੀ ਕੁਰਬਾਨੀ ਆ, ਉਹਨਾਂ ਅੰਮ੍ਰਿਤ ਛਕਾਇਆ ਬਾਬਾ ਈਸ਼ਰ ਸਿੰਘ 7.5 ਲੱਖ ਪ੍ਰਾਣੀ ਅੰਮ੍ਰਿਤ ਛਕਾਇਆ, ਉਹਨਾਂ ਦਾ ਘਰ ਹੁਣ ਵੀ ਕੱਚਾ ਪਿੰਡ ਝੋੜਾ ਲੁਧਿਆਣੇ ਚ। ਮੈਂ ਕਿਹਾ ਤੂੰ ਰਾਧਾ ਸੁਆਮੀ ਦੇ ਉਲਟ ਕਿਉਂ ਨਹੀਂ ਬੋਲਦਾ, ਤੂੰ ਨਿਰੰਕਾਰੀਆਂ ਦੇ ਉਲਟ ਕਿਉਂ ਨਹੀਂ ਬੋਲਦਾ, ਸੁਣੀ ਚੱਲੋ ਜੀ, ਤੁਸੀਂ ਅਸ਼ੁਤੋਸ਼ ਦੇ ਉਲਟ ਕਿਉਂ ਨਹੀਂ ਬੋਲਦਾ, ਤੂੰ ਭੰਡਾਰੇ ਵਾਲੇ ਦੇ ਉਲਟ ਕਿਉਂ ਨਹੀਂ ਬੋਲਦਾ, ਤੂੰ ਕੂਕੇ ਜਾਂ ਨਾਮ ਧਰੀਆਂ ਦੇ ਉਲਟ ਕਿਉਂ ਨਹੀਂ ਬੋਲਦਾ, ਧਰਮਾਲੇ ਵਾਲਿਆਂ ਦੇ ਉਲਟ ਕਿਉਂ ਨਹੀਂ ਬੋਲਦਾ। ਗੁਰਦੁਆਰਾ ਕਾਲਾ ਸਿੰਘਾ ਗੁਰਦੁਆਰਾ ਜੀ, ਬਾਬਾ ਕਾਹਨਦਾਸ ਦਾ ਗੁਰਦੁਆਰਾ, ਉੱਥੇ ਜੀ ਸ਼ਰਾਬ ਹੀ ਚੜਾਈ ਜਾਂਦੀ ਹੈ, ਸ਼ਰਾਬ ਹੀ ਵਰਤਾਈ ਜਾਂਦੀ ਹੈ, ਨਿਸ਼ਾਨ ਸਾਹਿਬ ਵੀ ਲੱਗਿਆ, 10 ਪਾਠ ਵੀ ਚੱਲਦੇ, ਸਰੋਵਰ ਵੀ ਉੱਥੇ ਬੋਲਦੇ ਉਹ ਨਾਨਕ ਸਾਹਿਬ, ਨਿਸ਼ਾਨ ਸਾਹਿਬ ਨਹੀਂ ਆਏਗਾ ਜੀ ਐ ਕਰਦਾ, ਇਹ ਗੱਲਾਂ ਕਰਦਾ, ਉੱਥੇ ਨਿਸ਼ਾਨ ਸਾਹਿਬ ਲਿਖਿਆ, ਉੱਥੇ ਕੀ ਕੋਈ ਬੋਲਦੇ। ਫਿਰ ਛੋਟਾ ਜਟਾਣਾ ਜੀ ਤੇ ਆਪਣਾ ਫਤਿਹਗੜ੍ਹ ਸਾਹਿਬ ਚ, ਉੱਥੇ ਜੀ ਆਪਣਾ ਬੀਬੀਆਂ ਜਾਂ ਗਾਉਣ ਵਾਲੀਆਂ ਉਹ ਗੁਰਦੁਆਰੇ ਦੀ ਚਾਰਦੁਆਰੀ ਦੇ ਵਿੱਚ ਨੱਚਦੀਆਂ ਜੀ। ਤੇ ਵੀ ਪੰਜਾਬ ਚ ਇਸਲਾਮ ਵੱਧ ਰਿਹਾ, ਦੇਖੋ ਤੁਸੀਂ 9% ਆਬਾਦੀ ਹੋ ਗਈ ਮੁਸਲਮਾਨਾਂ ਦੀ, ਈਸਾਈ ਮਤ ਪੰਜਾਬ ਚ ਵੱਧ ਰਿਹਾ, ਮਾਝਾ ਏਰੀਆ, ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ ਈਸਾਈ ਨੇ ਕ੍ਰਿਸਚੈਨਿਟੀ ਨੇ ਕੰਪਲੀਟਲੀ ਕਵਰ ਕਰ ਲਿਆ। ਫਿਰ ਇਹਦੇ ਵਿੱਚ ਜੀ ਉਹ ਚ ਬਿਲਕੁਲ ਨਹੀਂ ਬੋਲਦੇ। ਫਿਰ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਆ ਕੀ ਇਹ ਕਦੇ ਬੋਲਿਆ ਕਿ ਜੇਲ੍ਹਾਂ ਦੇ ਮੂਹਰੇ, ਤਿਹਾੜ ਜੇਲ੍ਹ ਦੇ ਮੂਹਰੇ ਜਾਂ ਬੜੈਲ ਜੇਲ੍ਹ ਦੇ ਮੂਹਰੇ ਇਹਨਾਂ ਨੇ ਕਦੇ ਮੋਰਚੇ ਲਾਏ ਆ? ਫਿਰ ਇਹ ਜੀ ਪੰਜਾਬ 'ਚ ਹਿਊਮਨ ਰਾਈਟਸ ਵਾਇਲੇਸ਼ਨ ਹੋਈ ਆ, ਮੁੰਡੇ ਲੱਤਾਂ 'ਚ ਪੜ ਕੇ ਪਾੜ ਤੇ ਨੋਹਾਂ ਵੀ ਆਪਣੇ ਫਾਦਰ ਨਾਲ ਕੁੜੀਆਂ ਪਾਤੀਆਂ ਨੰਗੀਆਂ ਕਰ ਕਰਕੇ ਇਹਨਾਂ ਨੇ ਐਡਾ ਜ਼ੁਲਮ ਹੈ, ਇਹ ਉਹਨਾਂ ਦੇ ਨਹੀਂ ਉਲਟ ਬੋਲੇ ਜੀ। ਕਿ ਨਸ਼ੇ ਕਿੰਨੇ ਪੰਜਾਬ 'ਚ ਵਧੇ ਆ, ਉਹਦੇ ਦੇ ਉਲਟ ਨਹੀਂ ਬੋਲਦੇ। ਖੁਦਕੁਸ਼ੀਆਂ ਜੱਟ ਜ਼ਿਮੀਂਦਾਰ ਕਰ ਰਹੇ, ਉਹਦੇ ਦੇ ਉਲਟ ਬੋਲਦੇ। ਫਿਰ ਦੇਖੋ ਜੀ ਗੁਰੂ ਸਾਹਿਬ ਦੀਆਂ 300 ਤੋਂ ਉੱਤੇ ਬੇਅਦਬੀਆਂ ਹੋ ਗਈਆਂ, ਉਹਦੇ ਤੇ ਨਹੀਂ ਬੋਲਦੇ। ਰੁਪਿੰਦਰ ਸਵਿੰਦਰ ਪੰਥ ਵੀ ਤੇ ਮੱਖਣ ਮੁਸਾਫਰ, ਇਹਨਾਂ ਦੇ ਟੈਸਟ ਤੋਂ ਇਹਨਾਂ ਨੂੰ ਇਨਕਾਰ ਕਰਤਾ, ਲਾਈਟ ਟੈਸਟ ਹੋ ਗਿਆ ਸੀ ਕਰੋਨਾ ਦੀ, ਤੇ ਉਹਦੇ ਬਿਲਕੁਲ ਹੀ ਨਹੀਂ ਬੋਲਦੇ। ਇਹਨਾਂ ਦੀ ਜਿਹੜੀ ਸੂਈ ਹੈ ਨਾ ਭਾਈ ਸਾਹਿਬ, ਇਹਨਾਂ ਦੀ ਸੂਈ ਟਕਸਾਲਾਂ ਤੇ ਲਾਦੇ, ਕਿਉਂਕਿ ਟਕਸਾਲਾਂ ਜਿਹੜੀ ਨਾਨਕਸਰ ਟਕਸਾਲ ਦੇ ਸੱਚ ਇੱਕ ਗੱਲ ਮੈਂ ਹੋਰ ਦੱਸਾਂ, ਜਿਵੇਂ ਇਹ ਜੀ 2 ਟਕਸਾਲਾਂ ਮੇਨ ਆ। ਮੈਂ ਕਹਿੰਦਾ ਮੈਨੂੰ ਬਾਕੀਆਂ ਬਾਰੇ ਮੈਨੂੰ ਬਾਹਲੀ ਜਾਣਕਾਰੀ ਨਹੀਂ ਹੈਗੀ ਜੀ, ਮੈਂ ਦੱਸਾਂ ਵੀ ਮੇਰੇ ਖਰਾੜਾ ਸਾਹਿਬ ਵੀ ਇਹੀ ਆ, ਅਤੇ ਆਪਣਾ ਰਾਮਪੁਰਾ ਖੇੜੇ ਵੀ ਇਹੀ ਆ, ਤੇ ਬਾਬਾ ਅਤਰ ਸਿੰਘ ਮਸਤੋਣਾ ਵੀ ਉਹਨਾਂ ਦੀ ਵੀ ਇਹੀ ਆ, ਤੇ ਵੀ ਨਾਨਕਸਰ 5 ਬਾਣੀਆਂ ਜੀ ਗੁਰੂ ਗ੍ਰੰਥ ਆਪਣੇ ਜਿਹੜਾ ਰਹਿਤ ਮੇਰਾ ਸਿੱਖ ਰਹਿਤ ਮੇਰਾ ਦੇ ਵਿੱਚ 5 ਬਾਣੀਆਂ ਵੀ ਪਹਿਲੀ ਲਾਈਨ 'ਚ ਲਿਖਿਆ ਵੀ ਹਰੇਕ ਸਿੱਖ ਨੂੰ ਹੁਕਮ ਆ ਵੀ ਗੁਰੂ ਨਾਨਕ ਦੇਵ ਜੀ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਬਾਣੀ ਪੜ੍ਹਨੀ, ਸਤਿਕਾਰ ਕਰਨਾ। ਨਾਨਕਸਰ ਪੂਰਾ ਪੜ੍ਹਿਆ ਜਾਂਦਾ, 10ਵੇਂ ਗ੍ਰੰਥ 'ਚ ਵਿਸ਼ਵਾਸ ਕੀਤਾ ਜਾਂਦਾ, 10ਵੇਂ ਗ੍ਰੰਥ ਦੇ ਮੁਤਾਬਕ ਅੰਮ੍ਰਿਤ ਛਕਾਇਆ ਜਾਂਦਾ, 10ਵੇਂ ਗ੍ਰੰਥ ਦੇ ਮੁਤਾਬਕ 5 ਬਾਣੀਆਂ ਦਾ ਨਿਤਨੇਮ ਕੀਤਾ, 10ਵੇਂ ਗ੍ਰੰਥ ਦੇ ਮੁਤਾਬਕ ਭਗਵਤੀ ਸ਼ਬਦ ਦੀ ਅਰਦਾਸ ਕੀਤੀ ਜਾਂਦੀ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਜਾਂਦਾ 10ਵੇਂ ਗ੍ਰੰਥ ਸਾਹਿਬ ਦੇ ਨਾਲ, ਤੇ ਆਪਣਾ ਬੋਲੇ ਸੋ ਸਤਿ ਸ਼੍ਰੀ ਅਕਾਲ ਜੈਕਾਰਾ ਛੱਡਿਆ ਜਾਂਦਾ, ਸਾਰਾ ਕੁਛ ਉਸ ਤਰ੍ਹਾਂ ਚੱਲਦਾ। ਇਹਨਾਂ ਦੇ ਜੀ ਮੇਨ ਟਾਰਗੇਟ ਭਾਈ ਸਾਹਿਬ ਗੁਰੂ ਗ੍ਰੰਥ ਸਾਹਿਬ ਆ। ਇਹਨਾਂ ਦੇ ਇਹ ਵੀ ਹਰ ਗਿਆ ਆਪਾਂ ਬਾਪਾ ਕਹਿੰਦੇ ਵੀ ਸਾਨੂੰ ਇਹਨਾਂ ਨੇ ਵੀ ਸਾਨੂੰ ਕਿਹੜੇ ਇਹਨਾਂ ਦੇ ਏਜੰਸੀਆਂ ਦੇ ਪਲਾਂਟ ਕੀਤੇ ਬੰਦੇ ਆ ਜੀ, ਮੈਂ ਪੜ੍ਹ ਕੇ ਦੱਸਦਾ। ਏਜੰਸੀਆਂ ਦੇ ਪਲਾਂਟ ਕੀਤੇ, ਏਜੰਸੀਆਂ ਨੂੰ ਛੱਡਦੀਆਂ ਜੀ ਥੈਲੀਆਂ ਛੱਡਦੀਆਂ, ਉਹ ਇਹਨਾਂ ਨੂੰ ਬੁਲਾ ਰਹੀਆਂ ਵੀ ਆਦਰਸ਼ ਰਾਗੀ ਦਾ ਸਾਨੂੰ ਪਤਾ ਨਹੀਂ ਕੀ ਸੀਗਾ ਜਗਰਾਉਂ 'ਚ ਕੀ ਨਹੀਂ। ਅੱਜ ਦੇਖੋ ਜੀ ਜੀਰਕਪੁਰ ਪਲਾਟ ਲਿਆ, ਫਾਰਮ ਹਾਊਸ ਬਣਾਇਆ ਹੋਇਆ ਨੇ, ਲੁਧਿਆਣੇ ਦੇ ਆਪਣਾ ਗੈਸ ਏਜੰਸੀ ਆ, ਤੇ ਆਪਣਾ ਪੈਟਰੋਲ ਪੰਪ ਆ ਜੀ, ਕਿੰਨੇ ਬੰਦੇ ਕਰਦੇ ਕਿੱਧਰ ਗਏ ਜੀ? ਇਹ ਤਾਂ ਬਾਜਾਬੰਦੀ ਫਿਰਦਾ ਹੁੰਦਾ ਸੀ ਜਦੋਂ ਸਾਈਕਲ ਦੇ ਮਗਰ ਪਿੰਡ ਜਾਂਦਾ ਹੁੰਦਾ ਸੀ। ਇੱਥੇ ਇਹਦੀ ਹਾਲਤ ਇਹ ਹੈ, ਨਾਨਕਸਰੀ ਆ, ਨਾਨਕਸਰੀ ਦੀ ਮਾਰ ਰਹੀ ਆ, ਨਾਨਕਸਰੀ ਦੀ ਮਾਰ ਰਹੀ ਆ, ਇਹ ਤਾਂ ਮੰਗ ਕਰੋ। ਚਲੋ ਮੈਂ ਕਹਿਣਾ ਨਹੀਂ ਚਾਹੁੰਦਾ, ਉੱਥੇ ਹੀ ਰਹੀ ਆ, ਤੁਸੀਂ ਫੇਰ ਕਦੇ ਆਪਾਂ ਸਭ ਕੁਝ ਦੱਸਾਂਗੇ ਜੀ। ਆਹ ਗੱਲ ਹੈ ਜੀ, ਇਹੀ ਮੇਰਾ ਮੇਨ ਮਕਸਦ ਸੀਗਾ ਜੀ, ਮੈਂ ਸਾਰਾ ਕੁਝ ਦੱਸਤਾ। ਤੁਸੀਂ ਹੋਰ ਪੁੱਛੋ ਜੀ ਭਾਈ ਸਾਹਿਬ। ਨਹੀਂ ਭਾਈ ਸਾਹਿਬ ਜੀ, ਆਪਾਂ ਜ਼ਿਆਦਾ ਲੰਬਾ ਪ੍ਰੋਗਰਾਮ ਨਹੀਂ ਕਰਨਾ, ਬਸ ਮੇਰੀ ਇਹੋ ਹੀ ਬੇਨਤੀ ਸੀ, ਜਿਸ ਤਰ੍ਹਾਂ ਤੁਸੀਂ ਹੁਣ ਦੱਸਿਆ ਇਹ ਵੀ ਲੋਕ ਪ੍ਰਾਪਰਟੀ ਬਣਾਉਂਦੇ ਨੇ, ਪਰ ਜਿਸ ਤਰ੍ਹਾਂ ਮਹਾਂਪੁਰਖਾਂ ਦੇ ਸਥਾਨ ਜਾਂ ਸੰਪਰਦਾਵਾਂ ਦੇ ਸਥਾਨ ਹੁੰਦੇ ਹਨ, ਉੱਥੇ ਜੋ ਵੀ ਕਹਿੰਦੇ ਜੀ ਮਾਇਆ ਨਹੀਂ ਚੜ੍ਹਨੀ ਚਾਹੀਦੀ, ਸਥਾਨ ਹੋਰ ਨਹੀਂ ਬਣਨੇ ਚਾਹੀਦੇ। ਪਰ ਜਿਸ ਤਰ੍ਹਾਂ ਤੁਸੀਂ ਹੁਣ ਦੱਸਿਆ ਸਰਦਾਰ ਆਪਣੇ ਭਾਈ ਦਰਸ਼ਨ ਸਿੰਘ ਜੀ ਹੁਣੀ ਅਤੇ ਸਰਦਾਰ ਆਪਣੇ ਭਾਈ ਸਰਬਜੀਤ ਹੁੰਦਾ, ਇਹਨਾਂ ਦੇ ਵੀ ਦੇਖੋ ਮੈਂ ਫੇਸਬੁੱਕ 'ਤੇ ਵੇਖਿਆ, ਵੈਸੇ ਮੈਨੂੰ ਅਸਲੀ ਤਾਂ ਗੱਲ ਨਹੀਂ ਪਤਾ ਵੀ ਪਹਿਲਾਂ ਇਹਨਾਂ ਦੇ ਕੁਝ ਬਹੁਤ ਥੋੜ੍ਹੀ ਜ਼ਮੀਨ ਹੁੰਦੀ ਸੀ, ਇਸ ਵੇਲੇ ਵੀ ਇਹਨਾਂ ਦੀ 30-35 ਏਕੜ ਕਿੱਲੇ ਲੈ ਕੇ ਉਹ ਕਿੱਥੋਂ ਲਈ ਆ ਜੀ ਇਹਨਾਂ ਲੋਕਾਂ ਨੇ?
ਹੈ ਨਾ। ਦੂਸਰਿਆਂ ਤਾਂ ਦੱਸਦੇ ਆ ਜੀ ਵੀ ਇਹ ਜੋ ਵੀ ਆ ਗੁਰੂ ਘਰ ਦੇ ਵਿੱਚੋਂ ਇਹ ਕਮਾਉਂਦੇ ਖਾਂਦੇ ਕਰਦੇ ਆ, ਤੇ ਆਪ ਵੀ ਤਾਂ ਇਹਨਾਂ ਦੇ ਉਹਨਾਂ ਵਿੱਚੋਂ ਹੀ ਕਮਾ ਕੇ ਜਾਂ ਪਤਾ ਨਹੀਂ ਇਹਨਾਂ ਨੂੰ ਕਿੱਥੋਂ ਇਹਨਾਂ ਨੂੰ ਦੰਦ ਕਸਾਈ ਆਉਂਦੀ ਹੋਊਗੀ। ਪਰ ਇਹ ਜਿਹੜੀਆਂ ਚੀਜ਼ਾਂ ਨੇ ਭਾਈ ਸਾਹਿਬ ਜੀ, ਆਪਾਂ ਬਹੁਤ ਲੇਟ ਚੱਲ ਰਹੇ ਹਾਂ, ਕਿਉਂਕਿ ਇਹ ਸੋਸ਼ਲ ਮੀਡੀਆ 'ਚ ਬਹੁਤ ਸਾਲ ਪਹਿਲਾਂ ਆ ਗਏ ਸੀ। ਹਾਂਜੀ, ਜਦੋਂ ਇਹਨਾਂ ਕੋਲ ਸਟੇਜਾਂ ਸੀ ਇਨੀ, ਉਦੋਂ ਸੰਪਰਦਾਇ ਸਾਰੇ ਮਹਾਂਪੁਰਖ ਕਹਿੰਦੇ ਛੱਡੋ ਪਰੇ ਇਹਨਾਂ ਨੂੰ ਕੋਈ ਗੱਲ ਨਹੀਂ। ਪਰ ਆਪਾਂ ਬਹੁਤ ਲੇਟ ਲੱਗਣ ਕਰਕੇ ਆ ਜਿਹੜਾ ਇੰਨਾ ਕੁਛ ਸਾਡੀ ਨਵੀਂ ਜਨਰੇਸ਼ਨ ਦੇ ਵਿੱਚ ਜੋ ਇਹਨਾਂ ਨੇ ਇਹ ਸਾਰਾ ਕੂੜ ਪ੍ਰਚਾਰ ਕੀਤਾ, ਉਹ ਇਹ ਸਿਰਫ ਇੱਕ ਸੋਸ਼ਲ ਮੀਡੀਆ ਦੀ ਦੇਣ ਆ। ਬਾਕੀ ਇਹਨਾਂ ਕੋਲ ਜਿਹੜੀਆਂ ਉਸ ਸਮੇਂ ਸਟੇਜਾਂ ਸਨ, ਜਿਵੇਂ ਕਿ ਰੱਖ ਲਓ ਦਿੱਲੀ ਗੁਰਦੁਆਰਾ ਸਾਹਿਬ ਦੀ ਜਾਂ ਮੰਜੀ ਸਾਹਿਬ ਦੀਆਂ ਸਟੇਜਾਂ ਸੀ ਇਹਨਾਂ ਕੋਲ, ਉਹਨਾਂ ਤੋਂ ਹੀ ਨਹੀਂ ਬੜਾ ਕੂੜ ਪ੍ਰਚਾਰ ਕੀਤਾ। ਇਸ ਕਰਕੇ ਜਿਹੜੀਆਂ ਅੱਜ ਵੀ ਮੈਂ ਇਹੋ ਬੇਨਤੀ ਕਰਦਾ ਜੀ, ਇਸ ਮਾਧਿਅਮ ਦੇ ਰਾਹੀਂ ਸਾਡੀਆਂ ਸਾਰੀਆਂ ਸੰਪਰਦਾਵਾਂ ਨੂੰ ਇਕਜੁੱਟ ਹੋ ਕੇ ਜਿਹੜੇ ਇਹੋ ਜਿਹੇ ਪੰਥ ਦੋਖੀ ਆ ਜੀ, ਉਹਨਾਂ ਦੇ ਬਣਦੀਆਂ ਕਾਰਵਾਈਆਂ ਜ਼ਰੂਰ ਕਰਨੀਆਂ ਚਾਹੀਦੀਆਂ। ਲਾਸਟ ਦੇ ਵਿੱਚ ਜੋ ਮੈਂ ਨਾ ਸ਼ਾਇਦ ਪੁੱਛ ਸਕਿਆ ਹਾਂ, ਫਿਰ ਉਹ ਕਹਿ ਕੇ ਆਪਾਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ ਜੀ। ਜੀ ਮੈਂ ਹੋਰ ਕਹਿਣੀ ਚਾਹੁੰਦਾ ਜੀ, ਬੇਨਤੀ ਇੱਕ ਰਿਕੁਐਸਟ ਹੈ ਜੀ, ਹਾਂਜੀ ਭਾਈ ਸਾਹਿਬ ਸੰਤ ਬਾਬਾ ਜਰਨੈਲ ਸਿੰਘ ਦੀ ਵਿਆਖਿਆ ਉਹਨਾਂ ਦੀ 7 ਨੰਬਰ ਕੈਸੇਟ ਦਾ ਸੁਣੋ ਤੁਸੀਂ। ਉਹਨਾਂ ਨੇ ਕਿਹਾ ਜੀ ਕਿ ਜੇ ਕਿਸੇ ਨੇ ਵੀ ਵਧੀਆ ਗ੍ਰੰਥੀ ਸਿੰਘ ਤੇ ਤਿਆਰ ਹੋਣਾ ਵਾ, ਕਦੇ ਦਮ ਦੇ ਟਕਸਾਚਾ ਜੀ, ਜਿਹੜਾ ਕਿਸੇ ਦੇ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਕੀ ਦੇਹ ਜਾਣ ਕੇ ਵੀ ਸਤਿਕਾਰ ਕਰਨਾ ਦੇਖਣਾ, ਉਹ ਨਾਨਕਸਰ ਚਲਿਆ ਜਾਵੇ, ਉੱਥੇ ਗੁਰੂ ਸਾਹਿਬ ਪ੍ਰਗਟ ਗੁਰਾਂ ਕੀ ਦੇਹ ਜਾਣ ਕੇ ਪੁੱਜਿਆ ਜਾਂਦਾ। ਦੇਖੋ ਜੀ, ਇਹ ਪਰ ਬੰਦਿਆਂ ਨੂੰ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ। ਇਹਨਾਂ ਨੇ ਜਿੱਥੇ ਆਪਾਂ 10 ਗ੍ਰੰਥ ਨੂੰ ਚਿਠਾਉਂਦੇ ਆ, ਇਹਨਾਂ ਨੇ ਹੁਣ ਗੁਰੂ ਗ੍ਰੰਥ ਸਾਹਿਬ ਚਿਠਾਉਣਾ ਜੀ, ਇਹਨਾਂ ਦਾ ਮਕਸਦ ਇਹ ਆ। ਪਰ ਜੇ ਨਾ ਜੀ ਆਹ ਮਸਲਾ ਪਹਿਲਾਂ ਭਾਈ ਸਾਹਿਬ ਉਠਾਇਆ ਹੁੰਦਾ ਨਾ ਕੇਸਾਂ ਦਾ, ਢੱਡਰੀਆਂ ਵਾਲਾ ਕਿੱਥੇ ਬੋਲ ਸਕਦਾ ਸੀ। ਹੁਣ ਢੱਡਰੀਆਂ ਵਾਲਾ ਤਾਂ ਇਹ ਕੇਸ ਜੇ ਧੁੰਦੇ ਤੇ ਹੋ ਸਕਦੇ ਆ, ਪੰਥਪੁਰੀ ਤੇ ਹੋ ਸਕਦੇ ਆ। ਉਹ ਗਗਨੀ ਇੱਕ ਪਾਸ਼ਕ ਇੱਕ ਹੋਰ ਸੀਗੀ, ਉਹ ਬੋਲਦੀ ਸੀ, ਵੀਰ ਜੀ ਨੇ ਕਿਹਾ ਸਭ ਕੁਝ ਸੱਚ ਕਿਹਾ, ਹੁਣ ਉਹ ਨਹੀਂ ਬੋਲਦੀ। ਹੁਣ ਉਹ ਚੁੱਪ ਕੀਤੇ ਬੈਠੇ, ਝੂਠ ਬੋਲਦੇ ਆ, ਕੂੜ ਬੋਲ ਮਰਦਾਰ ਖਾਏ ਤੇ ਝੂਠ ਬੋਲਦੇ ਆ। ਸਭ ਕਦੇ ਖੁੰਡੀਆਂ ਨੂੰ ਪੂਜਦੇ ਆ, ਕਦੇ ਨਾਨਕਸਰ, ਕਦੇ ਫੇਰ ਮਗਰੋਂ ਮੁੱਕਰੀ ਜਾਂਦਾ, ਕਦੇ ਰਾੜਾ ਸਾਹਿਬ ਕਰਦੇ ਆ, ਨਾਨਕਸਰ ਨਹੀਂ ਕਰਦੇ। ਇਹ ਭਾਈ ਸਾਹਿਬ ਇਹਨਾਂ ਦੇ ਕੰਮ ਇਹ ਆ। ਇਹੀ ਬੇਨਤੀ ਹੈ। ਤੁਹਾਡਾ ਧੰਨਵਾਦ ਜਿਹੜਾ ਤੁਸੀਂ ਲਾਈਨ ਤੇ ਲੈ ਕੇ ਆਏ ਹੋ, ਬਹੁਤ ਸ਼ੁਕਰੀਆ ਜੀ। ਹੋਰ ਵੀ ਕੋਈ ਇਨਫੋਰਮੇਸ਼ਨ ਆਪਾਂ ਅਗਲੇ ਹਫ਼ਤੇ ਫੇਰ ਲੈ, ਮੈਂ ਇਸ ਤੋਂ ਬਾਅਦ ਵੀ ਅਪਡੇਟ ਦੇ ਦੂੰਗਾ ਸਰ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਸਨ ਭਾਈ ਗੁਰਪਾਲ ਸਿੰਘ ਜੀ ਹੰਸਰਾ, ਅਤੇ ਇਹਨਾਂ ਨੇ ਅੱਜ ਜੋ ਆਪਾਂ ਨੂੰ ਜਾਣਕਾਰੀ ਦਿੱਤੀ, ਜੋ ਸਰਬਜੀਤ ਸਿੰਘ ਧੁੰਦੇ ਦੇ ਉੱਪਰ ਕੁਝ ਕੇਸ ਦਰਜ ਹੋਏ ਹਨ। ਅਤੇ ਬਾਕੀ ਮੈਂ ਲਾਸਟ ਵਿੱਚ ਆਪ ਵੀ ਖੁਦ ਆਪਾਂ ਇਸ ਮਾਧਿਅਮ ਦੇ ਰਾਹੀਂ ਬੇਨਤੀ ਕਰਨੀ ਚਾਹੁੰਦਾ, ਜਿਸ ਤਰ੍ਹਾਂ ਭਾਈ ਸਾਹਿਬ ਨੇ ਵੀ ਦੱਸਿਆ ਬਈ ਬਿਲਕੁਲ ਇਹ ਸਹੀ ਗੱਲ ਅਸੀਂ ਵੀ ਸੁਣਦੇ ਆਏ ਹਾਂ। ਜੇਕਰ ਸ਼ੁੱਧ ਗੁਰਬਾਣੀ ਪਾਠ ਜੇ ਆਪਾਂ ਜੀ ਸੰਥਿਆ ਲੈਣੀ ਆ ਤਾਂ ਜੀ ਟਕਸਾਲ ਵਿੱਚ ਚਲੇ ਜਾਓ। ਜੇਕਰ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਨਾ, ਅਤੇ ਇਹੋ ਹੀ ਪਹਿਲਾਂ ਮਹਾਂਪੁਰਖ ਕਹਿੰਦੇ ਹੁੰਦੇ ਸਨ ਕਿ ਨਾਨਕ ਸਾਹਿਬ ਜਾ ਕੇ ਤੁਸੀਂ ਦੇਖ ਸਕਦੇ ਆ ਉੱਥੇ ਗੁਰੂ ਸਾਹਿਬ ਜੀ ਦਾ ਕਿਵੇਂ ਸਤਿਕਾਰ ਕੀਤਾ ਜਾਂਦਾ। ਬਾਕੀ ਜਿਹੜੀਆਂ ਇਹ ਭਾਈ ਸਾਹਿਬ ਜੀ ਉਹਨਾਂ ਨੇ ਗੱਲਾਂ ਕੀਤੀਆਂ ਨੇ, ਅਤੇ ਇਹ ਆਪਾਂ ਗੱਲਾਂ ਦੀ ਜੇਕਰ ਇਹ ਕਿੰਨੀ ਕੁ ਸੱਚਾਈ ਆ ਜਾਂ ਕਿਵੇਂ ਵੀ ਆ, ਸ਼ਾਇਦ ਬਹੁਤਿਆਂ ਨੂੰ ਇਹ ਲੱਗਦਾ ਹੋਣਾ ਜੀ ਗੱਪਾਂ ਮਾਰੀ ਜਾਂਦੇ, ਜ਼ਿਆਦਾ ਇਹੋ ਹੀ ਲੱਗਦਾ ਹੁੰਦਾ ਜੀ। ਅਤੇ ਠੀਕ ਆ, ਜਿਹੜੀਆਂ ਇਹਦੀ ਅਗਲੀ ਕਾਰਵਾਈ ਜਿਸ ਤਰ੍ਹਾਂ ਭਾਈ ਸਾਹਿਬ ਹੁਣਾਂ ਨੇ ਕਿਹਾ ਵੀ ਆ, ਅਤੇ ਅਗਲੀ ਜਾਣਕਾਰੀ ਆਪਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਲੈ ਕੇ ਆਵਾਂਗੇ। ਅਤੇ ਪਰ ਅਸੀਂ ਇਸ ਮਾਧਿਅਮ ਦੇ ਰਾਹੀਂ ਪਹਿਲਾਂ ਵੀ ਕਹਿੰਦੇ ਹਾਂ, ਅਸੀਂ ਸਾਰਿਆਂ ਹੀ ਸੰਪਰਦਾਵਾਂ ਦਾ ਸਤਿਕਾਰ ਕਰਦੇ ਹਾਂ, ਮਹਾਂਪੁਰਖਾਂ ਦਾ ਸਤਿਕਾਰ ਕਰਦੇ ਹਾਂ। ਸਾਡੀ ਇਹ ਟੀਮ ਸਾਰੀ SSS ਆਸਟ੍ਰੇਲੀਆ ਦੀ ਸਤਿਕਾਰ ਕਰਦੀ ਆ। ਅਤੇ ਜੋ ਪੰਥਕ ਨਿੰਦਕ ਹਨ, ਪੰਥ ਦੇ ਨਿੰਦਕ ਹਨ, ਅਸੀਂ ਜ਼ਰੂਰ ਉਹਨਾਂ ਦੇ ਉੱਪਰ ਪ੍ਰੋਗਰਾਮ ਲਿਆ ਕਰਕੇ ਗੱਲਬਾਤ ਕਰਦੇ ਹਾਂ ਅਤੇ ਕਰਦੇ ਰਹਾਂਗੇ। ਅਤੇ ਆਪ ਜੀ ਜੋ ਸਹਿਯੋਗ ਦਿੰਦੇ ਹੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਅਤੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਫਿਰ ਜੋ ਸੈਟਰਡੇ ਆਪਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਜੀ। ਅਤੇ ਅੱਜ ਦੇ ਲਈ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਬੋਲਦਿਆਂ ਕੋਈ ਗਲਤੀ ਹੋ ਜਾਂਦੀ ਆ, ਉਹਦੇ ਲਈ ਆਪਾਂ ਮਾਫੀ ਚਾਹੁੰਦੇ ਹਾਂ ਜੀ। ਅਤੇ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਫਿਰ ਸੈਟਰਡੇ ਆਪ ਜੀ ਦੇ ਨਾਲ ਕੋਈ ਨਵੀਂ ਗੱਲਬਾਤ, ਕੋਈ ਹੋਰ, ਜਾਂ ਆਪਾਂ ਅੱਜ ਜੋ ਸ਼ਹੀਦੀ ਦਿਹਾੜਾ ਵੀ ਹੈ ਭਾਈ ਤਾਰੂ ਸਿੰਘ ਹੁਣਾਂ ਦਾ, ਉਹਨਾਂ ਦੇ ਬਾਬਤ ਵੀ ਆਪਾਂ ਗੱਲਬਾਤ ਸੈਟਰਡੇ ਕਰਾਂਗੇ ਜੀ। ਹੋਈ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।